ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਹੈ ਤੁਹਾਡਾ ਪੰਜਾਬੀ ਸੱਥ ਮੈਲਬੌਰਨ ਦੇ ਪੇਜ ਦੇ ਉੱਤੇ। ਦੋਸਤੋ, ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਪੰਜਾਬੀ ਸੱਥ ਮੈਲਬੌਰਨ ਵੱਲੋਂ ਸਿਹਤ ਨਾਲ ਜੁੜੀਆਂ ਗਤੀਵਿਧੀਆਂ ਕੀਤੀਆਂ ਜਾਂਦੀਆਂ ਨੇ। ਉਸੇ ਤਰ੍ਹਾਂ ਅੱਜ ਅਸੀਂ ਨਵਾਂ ਪ੍ਰੋਗਰਾਮ ਲੈ ਕੇ ਆਏ ਹਾਂ, ਗੱਲਾਂ ਤੇ ਕਹਾਣੀਆਂ ਗੁਰੀ ਦੇ ਨਾਲ। ਦੋਸਤੋ, ਇਹ ਪ੍ਰੋਗਰਾਮ ਅਸੀਂ ਹਰ ਮਹੀਨੇ ਦੂਸਰੇ ਐਤਵਾਰ ਨੂੰ ਕਰਿਆ ਕਰਾਂਗੇ। ਇਸ ਵਿੱਚ ਅਸੀਂ ਕਹਾਣੀਕਾਰਾਂ ਤੋਂ ਕੁਝ ਗੱਲਾਂ ਬਾਤਾਂ ਅਤੇ ਉਹਨਾਂ ਦੀਆਂ ਕਹਾਣੀਆਂ ਸੁਣਿਆ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਕੁਲਜੀਤ ਕੌਰ ਗਜ਼ਲ ਜੀ ਦਾ, ਜਿਨ੍ਹਾਂ ਨੇ ਇਹ ਪ੍ਰੋਗਰਾਮ ਕਰਨ ਦੇ ਲਈ ਸਾਨੂੰ ਮੌਕਾ ਦਿੱਤਾ ਅਤੇ ਸਾਰੇ ਕਹਾਣੀਕਾਰਾਂ ਨੂੰ ਆਪਣੀਆਂ ਕਹਾਣੀਆਂ ਸੁਣਾਉਣ ਦਾ ਅਤੇ ਕੁਝ ਗੱਲਾਂ ਬਾਤਾਂ। ਸੋ ਸਭ ਤੋਂ ਪਹਿਲਾਂ ਅਸੀਂ ਕਹਾਣੀ ਸੁਣਾਂਗੇ। ਸਾਡੇ ਨਾਲ ਖੁਸ਼ ਧਾਲੀਵਾਲ ਜੀ ਜੁੜੇ ਹੋਏ ਨੇ ਅਤੇ ਉਹਨਾਂ ਦੀ ਕਹਾਣੀ ਸੁਣਾਂਗੇ ਆਪਾਂ। ਸਭ ਤੋਂ ਪਹਿਲਾਂ ਖੁਸ਼ ਧਾਲੀਵਾਲ ਜੀ, ਆਵਾਜ਼ ਸੁਣ ਪਾ ਰਹੇ ਹੋ ਸਾਡੀ? मैं कैमरा ऑफ किया। मैडम जी, तुसी गुरी जी की आवाज सुन पा रहे हो? दविंदर मैडम जी, तुसी अपनी कहानी शुरू कर सकते हो जी। ਹਾਂ, ਸਭ ਤੋਂ ਪਹਿਲਾਂ ਕਹਾਣੀ ਹੈ ਜਿਹੜੀ ਆਪਾਂ ਖੁਸ਼ ਧਾਲੀਵਾਲ ਜੀ ਦੀ ਸੁਣਾਂਗੇ ਜੀ। मेरी आवाज आ रही है मैम? हेलो? हाँ जी, हाँ जी, आ रही है। हेलो? आ रही है ਤੁਹਾਡੀ ਆਵਾਜ਼। गुरी जी, लगता दविंदर मैडम की नेटवर्क प्रॉब्लम है। गुरी जी, माइक ऑन करो, ਤੁਹਾਡੀ आवाज नहीं आ रही। माइक ऑफ है ਤੁਹਾਡਾ। हेलो? दविंदर मैडम, तुसी अपनी कहानी शुरू कर सकते हो जी। गुरी जी की नेटवर्क प्रॉब्लम आ रही है। हाँ जी, दविंदर मैडम, तुसी अपनी कहानी शुरू कर सकते हो जी। मैनू कह रहे हैं जी। ਤੁਹਾਡਾ ਮਾਈਕ
ਤੁਹਾਡਾ ਮਾਈਕ ਆਫ ਹੈ ਜੀ ਦਵਿੰਦਰ ਮੈਡਮ, ਪਲੀਜ਼ ਔਨ ਕਰੋ ਤੇ ਆਪਣੀ ਮੇਰੀ ਕਹਾਣੀ ਸਟਾਰਟ। ਹਾਂਜੀ, ਤੁਸੀਂ ਕਹਾਣੀ ਸ਼ੁਰੂ ਕਰ नहीं ਲਓ ਜੀ ऑन है ਆਪਣੀ। मैम, ऑन है। ਓਕੇ मेरी ਮੈਮ, आवाज तक ਦਵਿੰਦਰ तक ਮੈਡਮ पहुंच रही है? ਤੁਸੀਂ ਹਾਂ ਦਵਿੰਦਰ ਮੈਡਮ ਕਹਾਣੀ ਸ਼ੁਰੂ ਕਰੋ ਜੀ ਆਪਣੀ। ओके मैम। मेरे ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿੰਨੇ ਵੀ ਸਰੋਤੇ, ਮੈਂ ਆਪਣੀ ਕਹਾਣੀ ਸ਼ਾਇਦ ਨੈਟਵਰਕ ਪ੍ਰੋਬਲਮ ਕਰਕੇ ਮੈਨੂੰ ਥੋੜੀ ਜਲਦੀ ਬੋਲਣੀ ਪੈ ਰਹੀ ਹੈ। ਮੈਂ ਇੱਕ ਨਾਜ਼ੁਕ ਰਿਸ਼ਤਿਆਂ ਤੇ ਜੋ ਅੱਜ ਕੱਲ ਰਹੱਸਮਈ ਰਿਸ਼ਤੇ ਬਣ ਚੁੱਕੇ ਉਹਨਾਂ ਤੇ ਇੱਕ ਕਹਾਣੀ ਬੋਲ ਰਹੀ ਹਾਂ। ਰਿਸ਼ਤੇ ਬੜੇ ਨਾਜ਼ੁਕ ਹੁੰਦੇ ਹਨ। ਰਿਸ਼ਤਿਆਂ ਨੂੰ ਸਮਝਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ। ਕਿਸੇ ਦੇ ਦਿਲ ਵਿੱਚ ਕੀ ਚੱਲਦਾ ਸਾਨੂੰ ਪਤਾ ਨਹੀਂ ਚੱਲਦਾ। ਪੁਰਾਣੀ ਕਹਾਵਤ ਹੈ, ਪੰਜੇ ਉਂਗਲੀਆਂ ਇੱਕੋ ਜਿਹੀਆਂ ਨਹੀਂ ਹੁੰਦੀਆਂ। ਉਸੇ ਤਰ੍ਹਾਂ ਹੀ ਸਾਰੇ ਰਿਸ਼ਤੇ ਇੱਕੋ ਜਿਹੇ ਨਹੀਂ ਹੁੰਦੇ। ਪਹਿਲਾਂ ਕਹਿੰਦੇ ਸੀ ਮੁਸੀਬਤ ਪੈਣ ਤੇ ਸਾਡੇ ਆਪਣੇ ਹਨ। ਜਦੋਂ ਵੀ ਕੋਈ ਸਾਜ਼ਿਸ਼ ਕਰਦਾ ਹੈ ਉਹ ਆਪਣਾ ਆਪ ਦਾ ਹੀ ਹੁੰਦਾ ਹੈ। ਕੋਈ ਦੂਰ ਵਾਲਾ ਤਾਂ ਸਾਜ਼ਿਸ਼ ਕਰਨ ਦੀ ਸ਼ਾਇਦ ਹਿੰਮਤ ਵੀ ਨਹੀਂ ਰੱਖ ਸਕਦਾ। ਇੱਕ ਦਿਨ ਮੈਂ ਬਾਲਕੋਨੀ ਵਿੱਚ ਖੜੀ ਸੀ, ਮੌਸਮ ਬਹੁਤ ਸਹੀ ਹੋ, ਜੋ ਆਲਣੇ ਵਿੱਚ ਆਪਣੇ ਬੱਚਿਆਂ ਨੂੰ ਚੋਗਾ ਖਵਾ ਰਹੀ ਸੀ। ਮੈਂ ਸੋਚਣ ਲਈ ਮਜਬੂਰ ਸੀ ਕਿ ਇਹਨਾਂ ਨੂੰ ਵੀ ਰਿਸ਼ਤਾ ਆ ਗਈ। ਇੱਕ ਮੇਰੇ ਨਾਮ ਮੇਰੀ ਪਰ ਕਿਸਮਤ ਦੀਆਂ ਮੱਥੇ ਦੀਆਂ ਲਕੀਰਾਂ ਜੋ ਉੱਪਰ ਵਾਲੇ ਨੇ ਲਿਖੀਆਂ ਹਨ ਉਹ ਕੋਈ ਨਹੀਂ ਬਦਲ ਸਕਦਾ। ਰੀਤ 5 ਭੈਣ ਭਰਾਵਾਂ ਚੋਂ 3 ਨੰਬਰ ਤੇ ਸੀ। ਰੀਤ ਕੁੜੀ ਹੋਣ ਕਰਕੇ ਉਸਨੂੰ ਕੋਈ ਪਿਆਰ ਨਹੀਂ ਸੀ ਕਰਦਾ। ਫਿਰ ਵੀ ਸਾਰਿਆਂ ਨੂੰ ਉਮੀਦ ਸੀ ਕਿ ਰੀਤ ਸ਼ਾਇਦ ਇਸ ਤੋਂ ਬਾਅਦ ਇੱਕ ਮੁੰਡਾ ਲੈ ਕੇ ਆਵੇਗੀ, ਪਰ ਉਹ ਆਪਣੇ ਮਗਰ ਫਿਰ ਇੱਕ ਕੁੜੀ ਹੀ ਲੈ ਕੇ ਆਈ। ਉਹ ਹਮੇਸ਼ਾ ਰੋਂਦੀ ਰਹਿੰਦੀ, ਕੁਝ ਵੀ ਗਲਤ ਹੋਣਾ ਉਸਦੇ ਡਾਂਟ ਪੈਂਦੀ। ਤੀਜੀ ਕੁੜੀ ਤੋਂ ਬਾਅਦ ਵੀ ਮੁੰਡਾ ਹੀ ਹੋਇਆ। ਤੀਜੀ ਕੁੜੀ ਨੂੰ ਕਿਸਮਤ ਵਾਲੇ ਕਹਿੰਦੇ ਕਿਉਂਕਿ ਉਸਦੀ ਜ਼ਿਆਦਾ ਕਦਰ ਸੀ। ਰੀਤ ਦੀ ਮਾਂ ਰੀਤ ਦੀ ਭੈਣ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਸੀ। ਵਿਆਹ ਤੋਂ ਬਹੁਤ ਜਲਦੀ ਵੀ ਰੀਤ ਦਾ ਕਰ ਦਿੱਤਾ ਗਿਆ। ਰੀਤ ਆਪਣੇ ਆਪ ਨੂੰ ਕਿਸਮਤ ਵਾਲੀ ਸਮਝਣ ਲੱਗ ਪਈ। ਉਹ ਪੇਕੇ ਘਰ ਭੁੱਲ ਗਈ। ਕਿਸਮਤ ਵਿੱਚ ਜੋ ਲਿਖਿਆ ਹੁੰਦਾ ਹੈ ਕਹਿੰਦੇ ਹੋ ਕੇ ਹੀ ਰਹਿੰਦਾ ਹੈ। ਬਹੁਤ ਜਲਦੀ ਰੀਤ ਦੇ ਸੱਸ ਸਹੁਰੇ ਦੀ ਮੌਤ ਹੋ ਗਈ। ਰੀਤ ਫਿਰ ਇਕੱਲੀ ਰਹਿ ਗਈ। ਉਸਦਾ ਪਤੀ ਵੀ ਉਸਦਾ ਸਾਥ ਨਹੀਂ ਸੀ ਦਿੰਦਾ। ਰੀਤ ਜਦੋਂ ਵੀ ਮਿਲਦੀ ਹਮੇਸ਼ਾ ਦੁਖੀ ਹੀ ਹੁੰਦੀ। ਆਪਣੀ ਹੁੰਦੀ ਅਣਦੇਖੀ ਨਾਲ ਗੱਲਾਂ ਰੋ ਪੈਂਦੀ ਤੇ ਬਹੁਤ ਮਤਲਬ ਆਪਣੇ ਆਪ ਨੂੰ ਤਸੱਲੀ ਵੀ ਨਹੀਂ ਸੀ ਦੇ ਪਾਉਂਦੀ ਕਿ ਮੈਂ ਸ਼ਾਇਦ ਜ਼ਿੰਦਗੀ 'ਚ ਕੁਛ ਕਰ ਸਕਾਂਗੀ। ਰੀਤ ਜੋ ਉਸਦੇ ਪਤੀ ਨੇ ਸਾਰੀ ਪ੍ਰਾਪਰਟੀ ਸਾਰੀ ਵੇਚ ਦਿੱਤੀ। ਰੀਤ ਬਹੁਤ ਗਰੀਬ ਹੋ ਗਈ। ਉਸਦੇ ਭੈਣ ਭਰਾ ਉਸਦਾ ਸਾਥ ਛੱਡ ਗਏ। ਮੁਸੀਬਤ ਵਿੱਚ ਮਾਂ ਨੇ ਵੀ ਉਸਦਾ ਹੱਥ ਨਹੀਂ ਫੜਿਆ। ਮਾਂ ਨੇ ਉਸਦਾ ਪਾਸਾ ਵੱਟ ਲਿਆ। ਰੀਤ ਪਾਠ ਪੂਜਾ ਵੱਲ ਬਹੁਤ ਧਿਆਨ ਸੀ। ਉਸਨੂੰ ਪਾਠ ਪੂਜਾ ਨਾਲ ਮੁਸੀਬਤ ਲੜਨ ਦੀ ਇੱਕ ਸ਼ਕਤੀ ਮਿਲਦੀ ਸੀ। ਰੀਤ ਡਿਪਰੈਸ਼ਨ ਵਿੱਚ ਰਹਿਣ ਲੱਗ ਪਈ। ਮੁਸੀਬਤ ਨਾਲ ਇਕੱਲੇ ਲੜਦਿਆਂ ਇੱਕ ਦਿਨ ਉਸਦੀ ਹਿੰਮਤ ਟੁੱਟ ਗਈ। ਫਿਰ ਗੁਰਦੁਆਰਾ ਸਾਹਿਬ ਜਾਂਦੀ, ਮੱਥਾ ਟੇਕਦੀ, ਅਰਦਾਸ ਕਰਦੀ, ਰੱਬ ਕੋਲੋਂ ਇੱਕੋ ਹੀ ਸਵਾਲ ਪੁੱਛਦੀ, ਮੇਰਾ ਗੁਨਾਹ ਕੀ ਹੈ ਜਿਸ ਦੀ ਸਜ਼ਾ ਮੈਨੂੰ ਐਡੀ ਵੱਡੀ ਕਿਉਂ ਦੇ ਰਿਹਾ। ਸ਼ਿਕਾਇਤ ਕਰਦੀ। ਫਿਰ ਉਸਨੂੰ ਐਂ ਲੱਗਦਾ ਵੀ ਸ਼ਾਇਦ ਉਸਨੇ ਆਪਣੀ ਸਾਰੀ ਮੁਸੀਬਤ ਜੋ ਮਾਂ ਬਾਪ ਨਾਲ ਸਾਂਝੀ ਕਰਨੀ ਸੀ ਉਹ ਰੱਬ ਨੂੰ ਦੱਸ ਦਿੱਤੀ ਹੈ। ਸ਼ਾਇਦ ਰੱਬ ਦੀ ਮਾਰ ਤਾਂ ਬੰਦਾ ਝੱਲ ਸਕਦਾ ਹੈ, ਪਰ ਜੋ ਆਪਣਿਆਂ ਦੇ ਕੀਤੇ ਹੁੰਦੇ ਆ ਉਹ ਨਹੀਂ ਝੱਲ ਸਕਦਾ। ਰਿਸ਼ਤਿਆਂ ਦੀ ਮਾਰ ਇਨਸਾਨ ਉੱਤੇ ਇੱਕ ਤਰ੍ਹਾਂ ਦਾ ਪਹਾੜ ਟੁੱਟ ਪੈਂਦਾ ਹੈ। ਕਿ ਪਈ ਹੋਈ ਰਿਸ਼ਤਿਆਂ ਦੀ ਦਰਾਰ ਨੂੰ ਨਹੀਂ ਭਰ ਸਕੀ। ਰੀਤ ਨਾਲ ਹੀ ਇਹ ਹੋ ਰਿਹਾ ਸੀ ਕਿ ਉਸਨੂੰ ਦੁੱਖ ਵੰਡਾਉਣ ਵਾਲਾ ਉਸਦਾ ਆਪਣਾ ਕੋਈ ਵੀ ਨਹੀਂ ਸੀ। ਉਸਦੀ ਮਾਂ ਵੀ ਨਹੀਂ ਸੀ। ਰੀਤ ਗੁਰਦੁਆਰਾ ਸਾਹਿਬ ਜਾ ਕੇ ਬਹੁਤ ਰੋਈ। ਇੱਕ ਦਿਨ ਮੈਨੂੰ ਫੋਨ ਆਇਆ, ਬਹੁਤ ਰੋਈ, ਕੁਝ ਦੱਸ ਨਹੀਂ ਸੀ ਰਹੀ ਪਰ ਰੋਈ ਜਾ ਰਹੀ ਸੀ। ਬਾਰ-ਬਾਰ ਮੇਰੇ ਜ਼ੋਰ ਪਾਉਣ ਤੇ ਦੱਸਣ ਤੇ ਤਿਆਰ ਹੋਈ। ਉਸਨੇ ਕਿਹਾ ਮੇਰੀ ਭੈਣ ਨੇ ਮੇਰੇ ਨਾਲ ਬਹੁਤ ਬੁਰਾ ਸਲੂਕ ਕੀਤਾ। ਮੇਰੇ ਭਰਾ ਨੇ ਵੀ ਮੇਰਾ ਸਾਥ ਨਹੀਂ ਦਿੱਤਾ। ਰੀਤ ਦਾ ਭੈਣ ਨੇ ਇਹੋ ਜਿਹੀ ਸਾਜ਼ਿਸ਼ ਰਚੀ ਕਿ ਰੀਤ ਨੂੰ ਜਦੋਂ ਪਤਾ ਚੱਲਿਆ ਉਸਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਉਸਨੂੰ ਸਮਝ ਨਹੀਂ ਸੀ ਆ ਰਿਹਾ ਕਿ ਉਹ ਕੀ ਕਰੇ, ਪਰ ਉਸਨੂੰ ਡਾਊਟ ਜ਼ਰੂਰ ਸੀ ਕਿ ਜੋ ਕੁਝ ਵਾਪਰ ਰਿਹਾ ਉਹ ਬਹੁਤ ਬੁਰਾ ਵਾਪਰ ਰਿਹਾ। ਉਸ ਕਿਹਾ ਤਾਂ ਬੁਰਾ ਰੀਤ ਜੋ ਕੁਝ ਹੋ ਰਿਹਾ ਸੀ ਉਸ ਬਾਰੇ ਸੋਚ ਕੇ ਮੈਨੂੰ ਦੱਸਣ ਲੱਗੀ। ਰੀਤ ਦਾ ਭਰਾ ਰੀਤ ਦਾ ਬਹੁਤ ਜ਼ਿਆਦਾ ਪਿਆਰ ਕਰਦਾ ਸੀ, ਪਰ ਗਰੀਬੀ ਇੰਨੀ ਜ਼ਿਆਦਾ ਆ ਗਈ ਰੀਤ ਨੇ ਉਸ ਨਾਲ ਵੀ ਹੌਲੀ ਹੌਲੀ ਗੱਲ ਕਰਨੀ ਬੰਦ ਕਰ ਦਿੱਤੀ। ਰੀਤ ਸਮਝ ਨਹੀਂ ਸੀ ਆ ਰਹੀ ਕਿ ਕੀ ਹੋ ਰਿਹਾ। ਇੰਨੇ ਸਾਰੇ ਰਿਸ਼ਤੇ ਕਿਉਂ ਉਸ ਤੋਂ ਦੂਰ ਹੋ ਗਏ ਹਨ। ਉਸਨੂੰ ਲੱਗਦਾ ਉਹ ਗਰੀਬ ਹੈ। ਉਸ ਕੋਲ ਧਨ ਦੀ ਕਮੀ ਹੋਣ ਕਰਕੇ
ਉਸ ਨਾਲ ਕੋਈ ਗੱਲ ਨਹੀਂ ਕਰਨੀ ਚਾਹੁੰਦਾ। ਉਸਦਾ ਆਪਣੀ ਮਾਂ ਨਾਲ ਗੱਲ ਕਰਨ ਨੂੰ ਦਿਲ ਕਰਦਾ। ਰੀਤ ਮਾਂ ਨੂੰ ਫੋਨ ਕਰਕੇ ਕੁਝ ਦੱਸਣ ਲੱਗ ਗਈ। ਉਹ ਹਮੇਸ਼ਾ ਰੀਤ ਨੂੰ ਹੀ ਗਲਤ ਸਮਝਦੀ। ਰੀਤ ਦੇ ਭੈਣ ਭਰਾਵਾਂ ਨੂੰ ਸਹੀ। ਉਸਦੀ ਗੱਲ ਤਾਂ ਸੁਣਦੀ ਤੇ ਫੋਨ ਕੱਟ ਦਿੰਦੀ। ਰੀਤ ਨਿਰਾਸ਼ ਹੋ ਜਾਂਦੀ, ਫਿਰ ਉੱਪਰ ਵਾਲੇ ਤੇ ਫਿਰ ਗੁੱਸਾ ਕੱਢਦੀ। ਬਹੁਤ ਵਾਰੀ ਮਰਨ ਦੀ ਸੋਚਦੀ, ਪਰ ਬੱਚਿਆਂ ਬਾਰੇ ਸੋਚਣ ਲੱਗਦੀ ਤਾਂ ਕਿ ਇਹਨਾਂ ਦਾ ਕੀ ਕਸੂਰ ਹੈ। ਇਹਨਾਂ ਨੇ ਤਾਂ ਹਜੇ ਜ਼ਿੰਦਗੀ ਵੀ ਨਹੀਂ ਦੇਖੀ। ਆਪਣਾ ਧਿਆਨ ਪਾਠ ਪੂਜਾ ਵੱਲ ਲੈਂਦੀ। ਰੀਤ ਬਹੁਤ ਜ਼ਿਆਦਾ ਦਵਾਈਆਂ ਖਾਣ ਲੱਗ ਪਈ। ਰੀਤ ਤੇ ਸਭ ਕੁਝ ਰੱਬ ਤੇ ਛੱਡ ਦਿੰਦੀ। ਇੱਕ ਦਿਨ ਉੱਪਰ ਵਾਲਾ ਸਭ ਠੀਕ ਕਰ ਦੇਵੇਗਾ। ਰੀਤ ਬਿਲਕੁਲ ਇਕੱਲੀ ਰਹਿ ਗਈ। ਫਿਰ ਰੀਤ ਦੇ ਪੇਕੇ ਘਰ ਇੱਕ ਵਿਆਹ ਆਇਆ। ਰੀਤ ਬਹੁਤ ਖੁਸ਼ ਹੋਈ। ਉਸਨੇ ਗਰੀਬੀ ਤੇ ਫਿਰ ਉਸਨੂੰ ਇੱਕ ਤਮਾਚਾ ਮਾਰਿਆ। ਉਸਦੀ ਮਾਂ ਤੇ ਭਰਜਾਈ ਨੇ ਰੀਤ ਦੀਆਂ ਦੋਨਾਂ ਭੈਣਾਂ ਨੂੰ ਖੁਦ ਜਾ ਕੇ ਨਿਉਤਾ ਦਿੱਤਾ। ਰੀਤ ਦੀ ਡੋਰੀ ਸਭ ਕੁਝ ਭੁੱਲ ਕੇ ਵਿਆਹ ਦੀ ਤਿਆਰੀ ਵਿੱਚ ਫੇਰ ਲੱਗ ਗਈ। ਇੱਕ ਦਿਨ ਰੀਤ ਨੂੰ ਪਤਾ ਚੱਲਿਆ ਕਿ ਉਸਦੀ ਭੈਣ ਨੇ ਮਾਂ ਕੇ ਸ਼ਰਤ ਰੱਖੀ ਤੇ ਉਸ ਵਿਆਹ ਵਿੱਚ ਸ਼ਾਮਲ ਹੋਈ ਤਾਂ ਉਸਨੇ ਨਹੀਂ ਆਉਣਾ। ਪਰ ਰੀਤ ਦੀ ਮਾਂ ਨੇ ਰੀਤ ਦੀ ਨਿੱਕੀ ਭੈਣ ਦੀ ਗੱਲ ਸੁਣੀ ਤੇ ਰੀਤ ਦੀ ਮਾਂ ਨੇ ਰੀਤ ਦੀ ਭਰਜਾਈ ਨੂੰ ਵੀ ਕਹਿ ਦਿੱਤਾ ਕਿ ਰੀਤ ਵਿਆਹ ਵਿੱਚ ਉਸਨੂੰ ਆਉਣ ਲਈ ਮਨਾ ਕਰ ਦੇ। ਰੀਤ ਬਿਨਾਂ ਸਰ ਜਾਵੇਗਾ, ਪਰ ਦੂਜੇ ਕੁੜੀਆਂ ਬਿਨਾਂ ਨਹੀਂ ਸਰਨਾ। ਰੀਤ ਦੇ ਘਰ ਵਾਲੇ ਨੂੰ ਤਾਂ ਪਹਿਲਾਂ ਹੀ ਸੱਦਾ ਨਹੀਂ ਸੀ ਦਿੱਤਾ ਗਿਆ, ਕਿਉਂਕਿ ਰੀਤ ਦੀ ਭੈਣ ਚਾਹੁੰਦੀ ਸੀ ਉਸਨੂੰ ਤੇ ਉਸਦੇ ਘਰ ਵਾਲੇ ਨੂੰ ਹੀ ਅੱਗੇ ਰੱਖਿਆ ਜਾਵੇ। ਜਿਸ ਭੈਣ ਨਾਲ ਰੀਤ ਹਰ ਗੱਲ ਸ਼ੇਅਰ ਕਰਦੀ ਸੀ, ਉਸ ਭੈਣ ਨੇ ਉਸ ਨਾਲ ਇੰਨਾ ਬੁਰਾ ਕੀਤਾ ਕਿ ਨਿੱਕੀ ਭੈਣ ਦੀਆਂ ਸਾਜ਼ਿਸ਼ਾਂ ਦਾ ਖੁਲਾਸਾ ਰੀਤ ਅੱਗੇ ਸਭ ਕੁਝ ਆ ਗਿਆ। ਉਸਦੇ ਭਰਾ ਦਾ ਪਾਸੇ ਹੋਣਾ, ਰੀਤ ਨੂੰ ਟੌਰਚਰ ਕਰਨਾ। ਰੀਤ ਦੀਆਂ ਅੱਖਾਂ ਅੱਗੇ ਇੱਕ ਹਨੇਰਾ ਆ ਗਿਆ। ਉਹ ਟੁੱਟ ਚੁੱਕੀ ਸੀ। ਰੋਂਦੀ ਹੋਈ ਕਹਿੰਦੀ, ਹੁਣ ਕੋਈ ਰਸਤਾ ਨਹੀਂ ਦਿਸ ਰਿਹਾ। ਮੈਂ ਉਸਨੂੰ ਬਹੁਤ ਸਮਝਾਇਆ ਕਿ ਕੋਈ ਗਲਤ ਕਦਮ ਨਾ ਚੁੱਕੇ, ਪਰ ਉਸਨੇ ਬਿਨਾਂ ਸੁਣੇ ਹੀ ਫੋਨ ਬੰਦ ਕਰ ਦਿੱਤਾ। ਫੋਨ ਸਵਿਚ ਆਫ ਹੋ ਗਿਆ। ਕੁਝ ਦਿਨ ਬਾਅਦ ਪਤਾ ਚੱਲਿਆ ਕਿ ਰੀਤ ਨੇ ਮੌਤ ਨੂੰ ਗਲੇ ਲਾ ਲਿਆ। ਰੀਤ ਦੇ ਨਾਲ ਰੀਤ ਦੇ ਦੁੱਖ ਵੀ ਚਲੇ ਗਏ। ਅਸੀਂ ਰਿਸ਼ਤਿਆਂ ਨੂੰ ਤਾਂ ਸਮਝ ਨਹੀਂ ਪਾਉਂਦੇ। ਅੱਜ ਕੱਲ੍ਹ ਖੂਨ ਵੀ ਸਫੇਦ ਹੋ ਗਿਆ ਹੈ। ਰਹੱਸਮਈ ਇੱਕ ਗੁਫਾ ਦਾ ਅਸੀਂ ਜ਼ਰੂਰ ਕਹਾਣੀਆਂ ਵਿੱਚ ਸੁਣਦੇ ਸੀ, ਪਰ ਰਹੱਸਮਈ ਰਿਸ਼ਤੇ ਇਸ ਤਰ੍ਹਾਂ ਦੇ ਬਣ ਜਾਣਗੇ, ਇਹ ਸਾਡੀ ਸਮਝ ਤੋਂ ਬਾਹਰ ਹੈ। ਕਿਸ ਦੇ ਦਿਲ ਵਿੱਚ ਕੀ ਹੈ ਇਹ ਤਾਂ ਸਾਨੂੰ ਨਹੀਂ ਪਤਾ, ਪਰ ਜਦੋਂ ਸਾਜ਼ਿਸ਼ ਹੁੰਦੀ ਹੈ ਉਦੋਂ ਸਾਨੂੰ ਅੱਖਾਂ ਮੂਹਰੇ ਵੀ ਹਨੇਰਾ ਆਉਣ ਲੱਗ ਜਾਂਦਾ ਕਿ ਅਸੀਂ ਕਿਸ ਜ਼ਿੰਦਗੀ ਵਿੱਚ ਜੀ ਰਹੇ ਹਾਂ, ਕਿੰਨਾਂ ਲੋਕਾਂ ਦੇ ਵਿੱਚ ਰਹਿ ਕੇ ਅਸੀਂ ਆਪਣਾ ਆਪ ਗੁਜ਼ਾਰ ਰਹੇ ਹਾਂ। ਕੀ ਇਹ ਸੱਚਮੁੱਚ ਹੀ ਕਲਯੁੱਗ ਹੈ ਜਾਂ ਰਿਸ਼ਤਿਆਂ ਦਾ ਹੌਲੀ ਹੌਲੀ ਖਤਮ ਹੋਣਾ? ਥੈਂਕ ਯੂ ਮੈਮ। ਧੰਨਵਾਦ ਜੀ, ਬਹੁਤ ਹੀ ਵਧੀਆ ਕਹਾਣੀ ਦਵਿੰਦਰ ਜੀ। ਸੱਚਮੁੱਚ ਹੀ ਇਨਸਾਨ ਆਪਣੇ ਦੁੱਖਾਂ ਨਾਲ ਨਹੀਂ ਟੁੱਟਦਾ, ਜਿੰਨਾ ਕਿ ਉਹਨੂੰ ਆਪਣੇ ਹੀ ਤੋੜ ਦਿੰਦੇ ਨੇ। ਬਹੁਤ ਬਹੁਤ ਧੰਨਵਾਦ ਦਵਿੰਦਰ ਜੀ। ਅੱਗੇ ਮੁਸਰਤ ਭੱਟ ਜੀ, ਤੁਹਾਡਾ ਮਾਈਕ ਹੈ ਜੋ ਉਹ ਆਫ ਹੈ, ਕਿਰਪਾ ਕਰਕੇ ਇਸ ਨੂੰ ਔਨ ਕਰੋ। ਮੁਸਰਤ ਭੱਟ ਜੀ, ਹਾਂਜੀ, ਬਹੁਤ ਬਹੁਤ ਸਵਾਗਤ ਮੁਸਰਤ ਭੱਟ ਜੀ। ਹਾਂਜੀ, ਪਹਿਲਾਂ ਤੁਸੀਂ ਜੀ ਸਿਰਫ ਇੱਕ ਦੋ ਸ਼ਬਦਾਂ ਦੇ ਵਿੱਚ ਆਪਣੇ ਬਾਰੇ ਦੱਸੋਗੇ ਜੀ। ਮੁਸਰਤ ਭੱਟ ਮੇਰਾ ਨਾਮ ਜੀ, ਤੇ ਪੰਜਾਬ ਮੁਸਰਤ ਭੱਟ ਮੇਰਾ ਨਾਮ ਹੈ। ਅਫਸਾਨੇ ਵੀ ਲਿਖਦਾ ਵਾ ਤੇ ਮਜ਼ਮੂਨ ਲਿਖਦਾ ਵਾ, ਜ਼ਿਆਦਾਤਰ ਸੂਫੀਆ ਕਾਮ ਤੇ ਲਿਖਦਾ ਵਾ। ਤੇ ਸ਼ਾਇਰੀ ਜਿਹੜੀ ਉਹ ਪੰਜਾਬੀ ਚ ਕਰਨਾ, ਲੇਕਿਨ ਅਫਸਾਨੇ ਜਿਹੜੇ ਨੇ ਉਹ ਮੇਰੇ ਲਿਖੇ ਨੇ ਉਹ ਉਰਦੂ ਚ ਨੇ। ਤੇ ਪਾਕਿਸਤਾਨ ਟੈਲੀਕਮਿਊਨੀਕੇਸ਼ਨ ਸਾਡੀ ਕੰਪਨੀ ਹੈ ਆਪਣਾ, ਉਹਦੇ ਵਿੱਚ ਮੈਂ ਮੁਲਾਜ਼ਮਤ ਕਰਦਾ ਵਾ। ਤੇ ਹੁਣ ਮੈਂ ਅੱਗੋਂ ਸ਼ੁਰੂ ਕਰਨਾ ਪੰਜਾਬੀ ਸਾਹਿਤ ਦੇ ਵਿਹੜੇ ਤੋਂ ਜਿਹੜੇ ਸਾਡੇ ਆ ਪ੍ਰੋਗਰਾਮ ਹੋ ਰਹੇ ਨੇ, ਤੇ ਇਹਨਾਂ ਦੀ ਪੂਰੀ ਟੀਮ ਜਿਹੜੀ ਹੈ ਬੜੀ ਮਿਹਨਤ ਕਰਦੀ ਹੈ। ਇਹਦੀ ਪੂਰੀ ਟੀਮ ਨੂੰ ਮੈਂ ਵਧਾਈ ਦੇਣਾ ਵਾ ਕਿ ਉਹ ਦਰਸ਼ਕਾਂ ਵਾਸਤੇ ਇੱਕ ਜਾਣਕਾਰੀ ਦਾ ਸਬੱਬ ਬਣਦੇ ਨੇ। ਜਾਣਕਾਰੀ ਉਹਨਾਂ ਜ਼ਰੀਏ ਮਿਲਦੀ ਹੈ ਆਪਣਾ, ਇਹ ਸਾਡੀ ਪੰਜਾਬੀ ਸਾਹਿਤ ਦੇ ਟੀਮ ਦੇ ਜ਼ਰੀਏ, ਤੇ ਸਾਡੇ ਕਲਮਕਾਰਾਂ ਨੂੰ ਤੇ ਫਨਕਾਰਾਂ ਨੂੰ ਆਪਣੇ ਫਨ ਤੇ ਆਪਣੇ ਵਿਚਾਰ ਦੂਸਰੇ ਲੋਕਾਂ ਦੇ ਸਾਹਮਣੇ ਰੱਖਣ ਦਾ ਇੱਕ ਮੌਕਾ ਮਿਲਦਾ ਵੇ। ਤੇ ਇਸ ਵਾਸਤੇ ਜਿਹੜੀ ਸਾਡੀ ਇਹ ਟੀਮ ਪੰਜਾਬੀ ਸਾਹਿਤ ਦੀ ਹੈ, ਤੇ ਮੈਂ ਸਮਝਣਾ ਕਿ ਇੱਕ ਸਮਾਜ ਸੇਵਾ ਕਰ ਰਹੀ ਹੈ। ਇੱਕ ਇਹ ਬਹੁਤ ਕਲਮ ਦੇ ਜ਼ਰੀਏ ਆਪਣਾ ਲਫ਼ਜ਼ਾਂ ਦੇ ਜ਼ਰੀਏ ਇਹ ਮਾਂ ਬੋਲੀ ਦੀ ਆਪਣੀ ਸੇਵਾ ਕਰ ਰਹੀ ਹੈ। ਯਾਨੀ ਇਹ ਸਮਾਜ ਸੇਵਕ ਮੈਂ ਇਹਨਾਂ ਨੂੰ ਕਹਾਂਗਾ, ਆ ਪੂਰੀ ਪੰਜਾਬੀ ਸਾਹਿਤ ਦੀ ਟੀਮ ਨੂੰ। ਤੇ ਇੱਥੋਂ ਮੈਂ ਆਪਣੀ ਇੱਕ ਕਹਾਣੀ ਜਿਹੜੀ ਉਰਦੂ 'ਚ ਵੇ ਉਹ ਮੈਂ ਆਪਣੇ ਤੁਹਾਨੂੰ ਦਿਖਾਵਾਂਗਾ। 14 ਅਗਸਤ ਅਸੀਂ ਆਜ਼ਾਦੀ ਮਨਾਉਂਦੇ ਹਾਂ ਪਾਕਿਸਤਾਨ ਵਾਲੇ, ਤੇ 15 ਅਗਸਤ 'ਚ ਜੋ ਆਜ਼ਾਦੀ ਦਾ ਦਿਨ ਜਿਹੜਾ ਮਨਾਇਆ ਜਾਂਦਾ ਉਹ ਇੰਡੀਆ 'ਚ ਮਨਾਇਆ ਜਾਂਦਾ। ਤੇ ਇਸ ਹਵਾਲੇ ਨਾਲ ਇੱਕ ਮੈਂ ਇੱਕ ਛੋਟੀ ਜਿਹੀ ਕਹਾਣੀ ਲਿਖੀ ਹੈ ਜਿਹੜੀ ਉਰਦੂ 'ਚ ਵੇ,
ਤੇ ਮੈਂ ਤੁਹਾਡੇ रूबरू जी पेश करना वा। शाहदीन एक रिटायर्ड स्कूल मास्टर था। वो अपने ड्राइंग रूम में बैठा ऐनक लगाए अखबार पढ़ रहा था। इसके साथ इसका दोस्त अकरम भी था। अकरम अक्सर शाहदीन के घर गपशप लगाने और अखबार सुनने के लिए आ जाता था। अकरम को शाहदीन से अखबार सुनने का बहुत मज़ा आता था, क्योंकि शाहदीन खबर सुनाने के अलावा इस पर तबसरा भी करता था। शाहदीन ने अखबार पर नज़र डुलाते हुए सबसे पहले आज की तारीख पढ़ी, जो 13 अगस्त थी। इसके बाद अखबार की बड़ी बड़ी सुर्खियां पढ़नी शुरू कर दी। मुल्क के रखवालों ने एक मस्जिद में ऑपरेशन करते हुए बहुत से तालिब इल्म और पाक किताबों को मलबे के नीचे दफन कर दिया। एक गिरोह ने स्कूल के बम मार कर फूल जैसे बच्चों को भस्म कर दिया। ग्रेजुएट नौजवानों ने बेरोजगारी से तंग आकर अपनी डिग्रियां सड़कों पर जला दी। एक फैक्ट्री के मालिक ने एक मजदूर को जिंदा आग की भट्टी में डलवा दिया। इसको शक था कि ये मजदूर इसकी फैक्ट्री में मजदूरों की यूनियन बना रहा था। किसी नामालूम शख्स ने 7 साल बच्ची से ज्यादती के बाद उसे कत्ल कर दिया। ये खबरें पढ़ते ही शाहदीन का चेहरा गुस्से से सुर्ख हो गया। उसने अखबार को टुकड़े टुकड़े कर दिया और फेंक दिया। अकरम जो शाहदीन के पास बैठा खबरें सुन रहा था, उसने मेज पर पड़े हुए जग से पानी का गिलास भरा और शाहदीन को पानी का गिलास पकड़ाते हुए कहा, ये पानी का गिलास पियो और ठंडे हो जाओ। तुम्हें क्या हो गया? तुमने अखबार फाड़ दिया। शाहदीन ने अकरम से कहा, अफसोस ये है कि आज जो हमारे हालात हैं ये उस वक्त भी ना थे जब हम हिंदुओं के साथ रहते थे, बल्कि अकरम मुझे वो वक्त याद आता है जब मुसलमान और हिंदू इकट्ठे रहते थे। हम मुसलमान और हिंदू एक दूसरे की खुशियों में और गमों में शरीक होते थे। वो हमारे तबरक और हम उनके प्रसाद खाते थे। इस वक्त भी ऐसी फजा नहीं थी जिस तरह की वबाएं आज हमारे देश में फैली हैं। इस तरह के हालात हिंदुस्तान में भी हैं। अकरम ने शाहदीन से कहा, इंसानों को मजहब, कौम और तबकों के नाम पर तकसीम कर दिया गया है। इंसानों की तकसीम इंसानियत के दरख्त के पत्तों को झाड़ने की कोशिश है। शाहदीन ने बातों को समेटते हुए कहा, अकरम काश हम फिर एक हो जाएं। शाहदीन ने बातों को समेटते हुए कहा, अकरम काश हम फिर एक हो जाएं और नफ्तों की दीवारों को गिरा दें। हम सब मिलकर खुशियों का बीज बोकर बंजर इंसानी जिंदगी को जखेज कर दें। अगला दिन 14 अगस्त यौम आज़ादी का दिन था। अगला दिन 14 अगस्त यौम आज़ादी का दिन था। शाहदीन ने अपने मकान की छत पर गया और इर्द गिर्द इमारतों पर पाकिस्तानी परचम लहराते देखकर मुस्कुराया। इसने अपने मकान की छत पर किसी उम्मीद के साथ सफ़ेद परचम लहरा दिया। ये आखिरी फिक्रा, ये काबिल गौर है। अगला दिन 14 अगस्त यौम आज़ादी का दिन था। शाहदीन ने अपने मकान की छत पर गया और इर्द गिर्द इमारतों पर पाकिस्तानी परचम लहराते देखकर मुस्कुराया। उसने अपने मकान की छत पर किसी उम्मीद के साथ सफ़ेद परचम लहरा दिया। शुक्रिया जी, धन्यवाद, सत श्री अकाल जी। ਧੰਨਵਾਦ ਜੀ ਮੁਜ਼ੱਫਰ ਜੀ, ਬਹੁਤ ਹੀ ਸੋਹਣੀ ਕਹਾਣੀ। ਸੱਚਮੁੱਚ ਅਸੀਂ ਤਾਂ ਇੱਕ ਹੀ ਹਾਂ। ਉਸ ਸਮੇਂ ਦੀਆਂ ਸਰਕਾਰਾਂ ਤੇ ਹੁਣ ਦੀਆਂ ਸਰਕਾਰਾਂ ਹੀ ਸਾਨੂੰ ਆਪਸ ਦੇ ਵਿੱਚ ਲੜਾ ਰਹੀਆਂ ਨੇ, ਪਰ ਸਾਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਕੁਲਜੀਤ ਕੌਰ ਗਜ਼ਲ ਮੈਡਮ ਦਾ, ਜਿਨ੍ਹਾਂ ਨੇ ਅੱਜ ਦੇ ਦਿਨ ਜਦੋਂ ਹਿੰਦੂ ਮੁਸਲਮਾਨ ਸਭ ਲੜ ਰਹੇ ਸੀ ਇਸ ਪਰ ਸਾਨੂੰ ਇਹੋ ਜਿਹਾ ਪਲੇਟਫਾਰਮ ਉਹਨਾਂ ਨੇ ਦਿੱਤਾ। ਅੱਜ ਅਸੀਂ ਪਾਕਿਸਤਾਨ ਤੋਂ ਅਸੀਂ ਭਾਰਤ ਦੇ ਹਾਂ, ਪਰ ਅਸੀਂ ਪਲੇਟਫਾਰਮ ਦੇ ਉੱਪਰ ਇਕੱਠੇ ਹੋਏ ਹਾਂ। ਇਸ ਲਈ ਕੁਲਜੀਤ ਕੌਰ ਗਜ਼ਲ ਮੈਡਮ ਬਹੁਤ ਬਹੁਤ ਵਧਾਈ ਦੇ ਪਾਤਰ। ਅੱਗੇ ਸੁਰਿੰਦਰਜੀਤ ਕੌਰ ਮੈਡਮ ਜੀ, ਕਿਰਪਾ ਕਰਕੇ ਆਪਣੀ ਕਹਾਣੀ ਪੇਸ਼ ਕਰੋ। ਸੁਰਿੰਦਰਜੀਤ ਕੌਰ ਮੈਡਮ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਗੁਰੀ ਜੀ। ਸਾਰੀਆਂ ਮੇਰੀਆਂ ਭੈਣਾਂ ਨੂੰ ਬਹੁਤ ਬਹੁਤ ਪਿਆਰ। ਸਾਰੀਆਂ ਮੇਰੇ ਤੋਂ ਛੋਟੀਆਂ, ਮੈਨੂੰ ਆਪਣੀਆਂ ਬਹੁਤ ਛੋਟੀਆਂ ਭੈਣਾਂ ਬੱਚੀਆਂ ਲੱਗ ਰਹੀਆਂ ਨੇ, ਤਾਂ ਮੈਨੂੰ ਬਹੁਤ ਚੰਗਾ ਲੱਗਾ ਕਿ ਮੈਂ ਸਾਰੀਆਂ ਨੂੰ ਮਿਲ ਰਹੀ ਹਾਂ। ਤਾਂ ਇਹ ਕੁਲਜੀਤ ਜੀ ਜੋ ਹੈ ਨਾ, ਉਹਨਾਂ ਦੀ ਬਦੌਲਤ, ਉਹਨਾਂ ਦੀ ਕੋਸ਼ਿਸ਼ ਦੇ ਨਾਲ ਅਸੀਂ ਸਾਰੀਆਂ ਮਿਲ ਰਹੀਆਂ ਹਾਂ।
ਅਸਲ ਵਿੱਚ ਅੱਜ ਕੋਈ ਨਹੀਂ, ਮੈਂ ਤੁਹਾਨੂੰ ਕਹਾਣੀ ਇੱਕ ਛੋਟੀ ਜਿਹੀ ਤੁਹਾਡੇ ਨਾਲ ਸਾਂਝੀ ਕਰੂੰਗੀ, ਪਰ ਮੈਨੂੰ ਇਦਾਂ ਲੱਗਦਾ ਸੀ ਕਿ ਕਹਾਣੀ ਦੇ ਬਾਰੇ ਵਿੱਚ ਅੱਜ ਗੱਲਬਾਤ ਹੀ ਹੋਣੀ ਆ। ਤਾਂ ਸੋ ਮੈਂ ਤਾਂ ਇਹੀ ਸੋਚ ਰਹੀ ਸੀ ਕਿ ਅਸੀਂ ਕਹਾਣੀ ਦੇ ਉੱਤੇ ਕੋਈ ਗੱਲਬਾਤ ਕਰੀਏ ਕਿ ਕਹਾਣੀ ਦਾ ਬੇਸ ਕੀ ਹੁੰਦਾ ਜਾਂ ਉਹ ਕੀ ਹੁੰਦੀ ਹੈ ਕਹਾਣੀ। ਸਭ ਕੁਛ ਮੈਨੂੰ ਲੱਗਦਾ ਸੀ ਅੱਜ, ਪਰ ਜੇ ਕਹਾਣੀਆਂ ਵੀ ਤੁਸੀਂ ਸੁਣਾ ਰਹੇ ਹੋ, ਦੋਨਾਂ ਕਹਾਣੀਆਂ ਮੈਂ ਸੁਣੀਆਂ ਨੇ, ਬਹੁਤ ਚੰਗੀ ਤਰ੍ਹਾਂ ਨਹੀਂ ਸੁਣ ਸਕੀ ਕਿਉਂਕਿ ਵਿੱਚ ਬੰਦ ਹੁੰਦਾ ਰਿਹਾ। ਬਹੁਤ ਅੱਛੀਆਂ ਕਹਾਣੀਆਂ ਸਮੇਂ ਦੇ ਮੁਤਾਬਕ ਨੇ, ਹਾਲਾਤਾਂ ਦੇ ਮੁਤਾਬਕ ਨੇ, ਔਰ ਸਾਨੂੰ ਬਹੁਤ ਸਾਰੀਆਂ ਇਹ ਗਾਈਡੈਂਸ ਦੇ ਰਹੀਆਂ ਇਹਨਾਂ ਦੀਆਂ ਕਹਾਣੀਆਂ ਕਿ ਸਾਨੂੰ ਇਸ ਸਮਾਜ ਵਿੱਚ ਕਿਵੇਂ ਵਿਚਰਨਾ ਚਾਹੀਦਾ। ਕਿਉਂਕਿ ਜੋ ਸਮਾਜ ਦੇ ਅੰਦਰ ਕੋਈ ਸਾਡੇ ਸਾਹਮਣੇ ਕੋਈ ਸੀਨ ਆਉਂਦਾ, ਉਹ ਜ਼ਰੂਰੀ ਗੱਲ ਹੈ ਕਿ ਸਾਡੀਆਂ ਕਹਾਣੀਆਂ ਦੇ ਵਿੱਚ ਸ਼ਾਮਲ ਹੋਵੇ, ਤਾਂ ਕਿ ਸਾਡੀਆਂ ਜਿਹੜੀਆਂ ਨਿੱਜੀ ਪ੍ਰੋਬਲਮ ਨੇ ਲੋਕਾਂ ਦੇ ਨਾਲ ਸੰਬੰਧਿਤ ਆ, ਉਹ ਸਭ ਦੇ ਸਾਹਮਣੇ ਆਉਣ ਤੇ ਉਹਨਾਂ ਦੀਆਂ ਪ੍ਰੋਬਲਮ ਸਮੱਸਿਆਵਾਂ ਜਿਹੜੀਆਂ ਨੇ ਉਹਨਾਂ ਨੂੰ ਹੱਲ ਕਰਨ ਦੇ ਰਾਹ ਜਿਹੜੇ ਆ ਉਹ ਲੱਭੇ ਜਾਣ। ਸੋ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਤੁਹਾਨੂੰ ਸਾਰੀਆਂ ਨੂੰ ਮਿਲ ਕੇ। ਬਹੁਤ ਛੋਟੀਆਂ ਉਮਰਾਂ, ਬਹੁਤ ਸੋਹਣਾ ਲਿਖ ਰਹੇ ਆ ਸਾਰੇ। ਮੈਂ ਇੱਕ ਤੁਹਾਡੇ ਨਾਲ ਆਪਣੀ ਕਹਾਣੀ ਸਾਂਝੀ ਕਰਨਾ ਚਾਹਾਂਗੀ। ਇਸ ਕਹਾਣੀ ਦਾ ਨਾਮ ਜੀ ਪਾਣੀ। ਜੀ ਹਾਂਜੀ, ਮੇਰੀ ਆਵਾਜ਼ ਤੁਹਾਨੂੰ ਕਲੀਅਰ ਆ ਰਹੀ ਹੈ ਜੀ? ਹਾਂਜੀ ਮੈਡਮ, ਹੈਲੋ ਬਿਲਕੁਲ ਗੁਰੀ ਜੀ। ਜੀ। ਹਾਂਜੀ 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 ਮੈਡਮ, ਬਿਲਕੁਲ ਆ ਰਹੀ ਹੈ। ਓਕੇ, ਅੱਛਾ ਅੱਛਾ, ਠੀਕ ਹੈ ਬੇਟੇ, ਠੀਕ ਆ। ਦਾਦਾ ਜੀ ਦਾ ਚਿਹਰਾ ਅੱਜ ਨੂਰੋ ਨੂਰ ਹੋ ਰਿਹਾ ਪਿਆ ਹੈ। ਦਾਦਾ ਜੀ ਦਾ ਚਿਹਰਾ ਅੱਜ ਨੂਰੋ ਨੂਰ ਹੋਇਆ ਪਿਆ ਹੈ। ਘਰ ਵਿੱਚ ਨਵੀਂ ਲੱਗੀ ਮੋਟਰ ਦਾ ਜਦੋਂ ਤੋਂ ਪਾਣੀ ਨਿਕਲਿਆ ਤਾਂ ਸਭ ਤੋਂ ਪਹਿਲਾਂ ਦਾਦਾ ਜੀ ਨੇ ਭਰ ਗਲਾਸ ਗਟ ਗਟ ਕਰਕੇ ਪੀਤਾ, ਜਿਵੇਂ ਉਹਨਾਂ ਨੂੰ ਕੋਈ ਖੁਮਾਰੀ ਚੜੀ ਹੋਈ ਹੈ। ਉਹ ਵੱਡੇ ਬਾਬਾ ਜੀ ਨੂੰ ਬਾਰ-ਬਾਰ ਯਾਦ ਕਰ ਰਹੇ ਹਨ। ਪੁੱਤਰਾ, ਖੁਸ਼ੀਆਂ ਸਦਾ ਚੰਗੇ ਅਮਲਾਂ ਦਾ ਨਤੀਜਾ ਹੁੰਦੀਆਂ ਹਨ। ਜਿਵੇਂ ਡੂੰਘੇ ਖੂਹਾਂ ਦਾ ਪਾਣੀ ਠੰਡਾ, ਮਿੱਠਾ ਤੇ ਨਰੋਆ ਹੁੰਦਾ ਹੈ, ਡੂੰਘੀਆਂ ਜੜ੍ਹਾਂ ਵਾਲੇ ਰੁੱਖ ਹਰੇ ਭਰੇ ਰਹਿੰਦੇ ਹਨ, ਉਵੇਂ ਹੀ ਡੂੰਘੀਆਂ ਸੋਚਾਂ ਵਾਲੇ ਵਿਅਕਤੀ ਚੜ੍ਹਦੀ ਕਲਾ ਵਿੱਚ ਰਹਿੰਦਿਆਂ ਹਰ ਮੁਸ਼ਕਲ ਦਾ ਸਾਹਮਣਾ ਖਿੜੇ ਮੱਥੇ ਕਰ ਲੈਂਦੇ ਹਨ। ਸ਼ਕਤੀਸ਼ਾਲੀ ਰੁੱਖਾਂ ਵਾਂਗ ਉਹਨਾਂ ਦੇ ਇਰਾਦੇ ਬੁਲੰਦ ਹੁੰਦੇ ਹਨ ਤੇ ਠੰਡੇ ਮਿੱਠੇ ਪਾਣੀ ਵਾਂਗ ਇੱਕ ਸਾਰ ਰਹਿ ਕੇ ਚੰਗਾ ਤੇ ਅਮਲ ਭਰਪੂਰ ਜੀਵਨ ਜਿਉਂਦੇ ਹਨ। ਦਾਦਾ ਜੀ ਭਾਵੁਕ ਹੋ ਉੱਠੇ। ਅੱਜ ਮੇਰੇ ਵੀਰਾ, ਤੂੰ ਜਿਉਂਦਾ ਹੁੰਦਾ ਤਾਂ ਵੇਖਦਾ, ਆਸਮਾਨ ਸਾਡੀ ਮੁੱਠੀ ਵਿੱਚ ਹੈ। ਅੱਜ ਮੈਂ 10 ਸਾਲਾਂ ਬਾਅਦ ਰੱਜ ਕੇ ਪਾਣੀ ਪੀਤਾ ਹੈ। ਲੈ ਹੁਣ ਆਪਣੇ ਪੁੱਤਰ ਗੱਭਰੂ ਹੋ ਗਏ ਹਨ, ਆਪਣਾ ਆਪ ਸੰਭਾਲਣ ਜੋਗੇ ਹਨ। ਮੇਰਾ ਜੋ ਕਰਤੱਵ ਸੀ ਸੋ ਮੈਂ ਪੂਰਾ ਕਰ ਦਿੱਤਾ। ਹੁਣ ਤਾਂ ਆਪਾਂ ਦੋਵੇਂ ਭਾਈ ਇਕੱਠੇ ਰਵਾਂਗੇ, ਭਾਵੇਂ ਸਵਰਗ ਵਿੱਚ ਰਹੀਏ ਤਾਂ ਭਾਵੇਂ। ਸ਼ੁਭ ਸ਼ੁਭ ਬੋਲੋ ਦਾਦਾ ਜੀ। ਠੀਕ ਏ ਪੁੱਤਰਾ, ਹੁਣ ਮੇਰਾ ਫਰਜ਼ ਪੂਰਾ ਹੋ ਗਿਆ, ਉਹਨਾਂ ਹੱਸਦਿਆਂ ਖੁਸ਼ੀ ਦੇ ਰੌਂ ਵਿੱਚ ਆਖਿਆ। ਬੜੇ ਖੁਸ਼ ਹੋ ਦਾਦਾ ਜੀ? ਮੈਂ ਦਾਦਾ ਜੀ ਦੇ ਪੈਰ ਛੂੰਹਦਿਆਂ ਪੁੱਛਿਆ। ਜੁਗ ਜੁਗ ਜੀਓ, ਜਵਾਨੀਆਂ ਮਾਣੋ, ਸਿਰ ਉੱਚਾ ਕਰਕੇ ਜਿਉਣ ਦਾ ਸਤਿਗੁਰ ਬਲ ਬਖਸ਼ੇ ਤੁਹਾਨੂੰ, ਸਭ ਚੜ੍ਹਦੀਆਂ ਕਲਾਂ ਰੱਖੇ। ਹਮੇਸ਼ਾ ਵਾਂਗ ਦਾਦਾ ਜੀ ਨੇ ਅਸੀਸਾਂ ਦੀ ਪੁਟਾਰੀ ਖੋਲ੍ਹ ਦਿੱਤੀ ਤੇ ਮੈਂ ਭਰ ਝੋਲੀਆਂ ਸੋਚ ਰਿਹਾ ਸੀ, ਇਹ ਵੱਡਿਆਂ ਦੀਆਂ ਅਸੀਸਾਂ ਸਦਕਾ ਹੀ ਅਸੀਂ ਧਰਤੀ ਤੇ ਭਾਗਾਂ ਵਾਲੇ ਹਾਂ। ਜਿਨ੍ਹਾਂ ਨੂੰ ਵੱਡਿਆਂ ਦੀਆਂ ਅਸੀਸਾਂ ਨਸੀਬ ਨਹੀਂ ਹੁੰਦੀਆਂ, ਉਹ ਕਿੰਨੇ ਬਦਨਸੀਬ ਹੋਣਗੇ। ਉਹਨਾਂ ਦੀਆਂ ਝੋਲੀਆਂ ਤਾਂ ਖਾਲੀ ਹੀ ਰਹਿੰਦੀਆਂ ਹਨ। ਉਹਨਾਂ ਦੇ ਘਰਾਂ ਵਿੱਚੋਂ ਬਰਕਤਾਂ ਉੱਡ ਪੁੱਡ ਜਾਂਦੀਆਂ ਹਨ। ਬਜ਼ੁਰਗ ਤਾਂ 2 ਮਿੱਠੇ ਬੋਲਾਂ ਦੇ ਭੁੱਖੇ ਹਨ ਤੇ ਇਹਦੇ ਬਦਲੇ ਉਹਨਾਂ ਦੇ ਬੁੱਲ੍ਹਾਂ ਤੇ 100 ਅਸੀਸਾਂ ਸਦਕੇ ਜਾਂਦੀਆਂ ਹਨ। ਮੰਦੇ ਬੋਲਾਂ ਵਾਲਿਆਂ ਨੂੰ ਅਸੀਸਾਂ ਕਿੱਥੋਂ ਲੱਭਦੀਆਂ ਹਨ? ਅਸੀਸਾਂ ਤੋਂ ਸੱਖਣੀਆਂ ਝੋਲੀਆਂ ਖੁਸ਼ੀਆਂ ਤੋਂ ਵਾਂਝੀਆਂ ਹੋ ਜਾਂਦੀਆਂ ਹਨ। ਬੜੇ ਫਖਰ ਨਾਲ ਦਾਦਾ ਜੀ ਨੇ ਦੱਸਿਆ, ਸ਼ਹਿਰੀ ਪੁੱਤਰ, ਇਸੇ ਥਾਂ ਉੱਤੇ ਮੈਂ ਤੇ ਤੇਰੇ ਬਾਬੇ ਦੋਵਾਂ ਨੇ ਰਲ ਕੇ ਖੂਹ ਲਵਾਇਆ ਸੀ ਤੇ ਕੋਲ ਪਿੱਪਲ ਦਾ ਰੁੱਖ। ਉਹ ਖੂਹ ਦਾ ਪਾਣੀ ਮਿਸ਼ਰੀ ਵਰਗਾ ਮਿੱਠਾ ਤੇ ਠੰਡਾ ਠਾਰ ਸੀ। ਸਾਰੇ ਗਲੀ ਮੁਹੱਲੇ ਵਾਲੇ ਇਸੇ ਖੂਹ ਦਾ ਪਾਣੀ ਭਰ ਕੇ ਘਰੀਂ ਲੈ ਕੇ ਜਾਂਦੇ। ਆਉਂਦੇ ਜਾਂਦੇ ਰਾਹੀ ਇਸ ਖੂਹ ਤੇ ਰੁਕਦੇ, ਪਿੱਪਲ ਦੀ ਛਾਵੇਂ ਬੈਠ ਕੇ ਅੱਗੇ ਤੁਰਦੇ। ਘਰ ਘਰ ਨਲਕੇ ਲੱਗਣ ਤੋਂ ਬਾਅਦ ਵੀ ਲੋਕ ਇਸ ਖੂਹ ਦਾ ਪਾਣੀ ਨਹੀਂ ਸਨ ਭੁੱਲਦੇ। ਮੈਂ ਚੰਗੀ ਤਰ੍ਹਾਂ ਜਾਣਦਾ ਸਾਂ ਕਿ ਅੱਜ ਦਾਦਾ ਜੀ ਇੰਨੇ ਖੁਸ਼ ਕਿਉਂ ਹਨ।
ਪਾਣੀ ਦੀ ਮੋਟਰ ਲਾਉਣ ਲਈ ਇਸੇ ਥਾਂ ਨੂੰ ਤਰਜੀਹ ਕਿਉਂ ਦੇ ਰਹੇ ਹਨ? ਮੇਰੇ ਬਾਬਾ ਜੀ ਦਾਦਾ ਜੀ ਦੇ ਵੱਡੇ ਭਰਾ ਸਨ। ਦੋਵਾਂ ਭਰਾਵਾਂ ਦੇ ਪਿਆਰ ਵਿੱਚੋਂ ਸੂਈ ਨਹੀਂ ਸੀ ਲੰਘਦੀ, ਪਰ ਦਾਦਾ ਜੀ ਦੇ ਬੇਟੇ ਯਾਨੀ ਮੇਰੇ ਚਾਚਾ ਜੀ ਵਲੈਤ ਪੜ੍ਹਨ ਗਏ ਤਾਂ ਉੱਥੇ ਵਿਆਹ ਕਰਾ ਕੇ ਉੱਥੇ ਹੀ ਵਸ ਗਏ। ਦਾਦਾ ਜੀ ਤੇ ਦਾਦੀ ਜੀ ਨੂੰ ਆਪਣੇ ਪਾਸ ਬੁਲਾ ਲਿਆ। ਦਾਦਾ ਜੀ ਆਪਣੇ ਭਾਈ ਬਿਨਾਂ ਕਦੇ ਕਿਤੇ ਨਹੀਂ ਸਨ ਰਹੇ। ਉਹਨਾਂ ਬੜੀ ਨਾਂਹ ਨੁੱਕਰ ਕੀਤੀ, ਪਰ ਵੱਡੇ ਭਰਾ ਨੇ ਆਪ ਹੀ ਆਪਣੇ ਦਿਲ ਤੇ ਪੱਥਰ ਰੱਖ ਕੇ ਉਹਨਾਂ ਨੂੰ ਬਾਹਰ ਆਪਣੇ ਬੱਚਿਆਂ ਕੋਲ ਜਾਣ ਲਈ ਤਿਆਰ ਕਰ ਲਿਆ। ਵਲੈਤ ਤਾਂ ਚਲਾ ਜਾਊਂਗਾ, ਤੂੰ ਸਵਰਾਜ ਨੂੰ ਮੇਰੇ ਨਾਲ ਭੇਜੇਗਾ। ਉਹਨਾਂ ਦੀ ਜ਼ਿੱਦ ਅੱਗੇ ਬਾਬਾ ਜੀ ਨੂੰ ਝੁਕਣਾ ਪਿਆ ਤੇ ਦਾਦਾ ਜੀ ਮੇਰੇ ਪਾਪਾ ਨੂੰ ਆਪਣਾ ਪੁੱਤ ਬਣਾ ਕੇ ਨਾਲ ਲੈ ਗਏ। ਸਾਡਾ ਦੋਵਾਂ ਭਰਾਵਾਂ ਦਾ ਜਨਮ ਉੱਥੇ ਹੀ ਹੋਇਆ। ਪਾਪਾ ਤੇ ਦਾਦਾ ਜੀ 2 ਸਾਲ ਬਾਅਦ ਪਿੰਡ ਫੇਰਾ ਮਾਰਨ ਆਉਂਦੇ। ਬਾਰ-ਬਾਰ ਦੇਸ਼ ਵਾਪਸ ਆਉਣ ਲਈ ਜ਼ੋਰ ਪਾਉਂਦੇ, ਪਰ ਵਿਚਲੀ ਗੱਲ ਨਹੀਂ ਸਨ ਦੱਸਦੇ। ਤੇ ਅਚਾਨਕ ਵੱਡੇ ਬਾਬਾ ਜੀ ਦਾ ਕਤਲ ਹੋ ਗਿਆ। ਕਤਲ ਹੋਣ ਤੋਂ ਬਾਅਦ ਪਤਾ ਚੱਲਿਆ ਕਿ ਸ਼ਰੀਕਾਂ ਨੇ ਉਹਨਾਂ ਦੇ ਤੋਂ ਜ਼ਮੀਨ ਜਾਇਦਾਦ ਤੇ ਕਾਗਜ਼ਾਂ ਉੱਤੇ ਅੰਗੂਠਾ ਲਵਾ ਕੇ ਸਾਰੀ ਜਾਇਦਾਦ ਆਪਣੇ ਨਾਵੇਂ ਚੜਾ ਲਈ ਹੈ। ਜਿਨ੍ਹਾਂ ਨੂੰ ਸਭ ਕੁਝ ਸੌਂਪ ਦਿੱਤਾ ਸੀ, ਉਹਨਾਂ ਨੂੰ ਕਾਗਜ਼ਾਂ ਉੱਤੇ ਬਹੁਤਾ ਵਿਸ਼ਵਾਸ ਸੀ। ਬੰਦਾ ਆਪਣੇ ਆਪ ਭਾਵੇਂ ਦੋਹੀਂ ਹੱਥੀਂ ਵੰਡੀ ਜਾਵੇ, ਪਰ ਜੇਕਰ ਕੋਈ ਧੋਖੇ ਨਾਲ ਸੂਈ ਤੇ ਵੀ ਆਪਣਾ ਕਬਜ਼ਾ ਕਰ ਲਏ ਤਾਂ ਉਹ ਨਹੀਂ ਜਰਿਆ ਜਾਂਦਾ। ਇਹ ਤਾਂ ਅਣਖ ਨੂੰ ਵੰਗਾਰਨ ਵਾਲੀ ਗੱਲ ਸੀ। ਸ਼ਰੀਕ ਤਾਂ ਬੱਕਰੇ ਬੁਲਾਉਂਦੇ ਸਨ, ਜਿਹੜਾ ਆਇਆ ਉਸ ਨੂੰ ਵੱਢ ਸੁੱਟਾਂਗੇ। ਜਦੋਂ ਦਾਦਾ ਜੀ ਬਾਹਰੋਂ ਆਏ ਤਾਂ ਘਰ ਦੀ ਥਾਂ ਵੀ ਉਹਨਾਂ ਵੱਲ ਲਈ ਸੀ। ਭਰਿਆ ਭਰਾਇਆ ਘਰ ਖੋਲੇ ਬਣਿਆ ਪਿਆ ਸੀ। ਕੰਧਾਂ ਦੀਆਂ ਇੱਟਾਂ ਵੀ ਉਹ ਖੇਡ ਕੇ ਆਪਣੇ ਘਰ ਨੂੰ ਲਾ ਲਈਆਂ ਸਨ। ਘਰ ਦੇ ਭਾਂਡੇ ਟੀਂਡੇ ਵੇਚ ਵਟ ਲਏ। ਘਰ ਦਾ ਬਾਕੀ ਸਮਾਨ ਵੀ ਵੇਚ ਕੇ ਆਪਣਾ ਘਰ ਭਰ ਲਿਆ। ਵੇਖਦਿਆਂ ਵੇਖਦਿਆਂ ਇੱਕ ਘਰ ਖੋਲਾ ਬਣ ਗਿਆ ਤੇ ਦੂਜੇ ਘਰ ਦੀਆਂ ਮਮਟੀਆਂ ਉੱਚੀਆਂ ਹੋ ਗਈਆਂ। ਦਾਦਾ ਜੀ ਆਪਣੇ ਨਾਲ ਝਗੜਦੇ ਰਹਿੰਦੇ, ਓਏ ਬੇਈਮਾਨਾ, ਜਿਹੜੀ ਮਾਂ ਦਾ ਤੂੰ ਦੁੱਧ ਪੀਤਾ ਉਸੇ ਨੂੰ ਵਿਧਵਾ ਕਰ ਦਿੱਤਾ। ਸ਼ਹਿਰੀ ਪੁੱਤਰਾ, ਤੇਰਾ ਪਾਪਾ, ਤੇਰਾ ਚਾਚਾ ਤੇ ਇਹ ਹਿੰਮਤ ਤਿੰਨੇ ਫਾਣ ਦੇ ਸਨ। ਐਵੇਂ 2-4 ਮਹੀਨਿਆਂ ਦਾ ਫਰਕ ਸੀ ਤਿੰਨਾਂ ਦੀ ਉਮਰ ਵਿੱਚ। ਹਿੰਮਤ ਸਾਰਿਆਂ ਤੋਂ ਨਿੱਕਾ ਸੀ। ਉਹਦੀ ਜੰਮਦੇ ਦੀ ਮਾਂ ਮਰ ਗਈ। ਤੇਰੀ ਦਾਦੀ ਨੇ ਉਹਨੂੰ ਝੋਲੀ ਪਾ ਕੇ ਆਪਣੀ ਛਾਤੀ ਨਾਲ ਘੁੱਟ ਲਿਆ। ਉਹ ਹਿੰਮਤ ਦਾ ਬਹੁਤ ਧਿਆਨ ਰੱਖਦੀ। ਦੇਸੀ ਘਿਓ ਦੀ ਚੂਰੀ ਲੈ ਕੇ ਮਗਰ ਮਗਰ ਖਵਾਉਂਦੀ ਤੁਰੀ ਫਿਰਦੀ। ਮਲਾਈ ਮਾਰ ਕੇ ਕੜੇ ਵਾਲਾ ਦੁੱਧ ਦੇ ਗਲਾਸ ਕੁੱਤਿਆਂ ਦੇ ਮੂੰਹ ਲਾ ਦਿੰਦੀ। ਆਖਦੀ, ਮਾਂ ਮਿੱਟਰ ਹੈ, ਐਵੇਂ ਉਹਦੀ ਆਂਦਰ ਬਦਸੀਸ ਦਊ। ਹਿੰਮਤ ਦੋਹਾਂ ਤੋਂ ਤਗੜਾ ਨਿਕਲਿਆ ਤੇ ਆਪਣੇ ਹਿੱਸੇ ਦਾ ਅੰਨ ਪਾਣੀ ਖਾ ਦੂਜਿਆਂ ਦੇ ਖੋਹ ਕੇ ਖਾ ਜਾਂਦਾ। ਜਦੋਂ ਉਹਦੀ ਲੱਤ ਵੱਢੀ ਗਈ ਤਾਂ ਤੇਰੀ ਦਾਦੀ ਉਹਨੂੰ ਵੇਖਣ ਲਈ ਤਰਲੇ ਲੈਂਦੀ ਫਿਰੇ। ਵੈਰ ਵੱਧ ਗਏ ਸਨ। 2 ਕਾਤਲ ਉਮਰ ਕੈਦ ਭੁਗਤ ਰਹੇ ਸਨ। ਮੁੰਡਾ ਅਪੰਗ ਹੋ ਗਿਆ ਸੀ। ਐਵੇਂ ਗੁੱਸਾ ਤੇਰੀ ਦਾਦੀ ਤੇ ਨਾ ਨਿਕਲ ਜਾਵੇ, ਇਹ ਸੋਚ ਕੇ ਸਾਰਿਆਂ ਨੇ ਜਾਣੋਂ ਰੋਕ ਦਿੱਤਾ। ਪਰ ਇੱਕ ਦਿਨ ਚੋਰੀ ਨਾਲ ਹਸਪਤਾਲ ਦੇ ਮੰਜੇ ਤੇ ਪਏ ਤੇ ਸਰਾਣੇ ਦੇਸੀ ਘਿਓ ਖੰਡ ਦੀ ਚੂਰੀ ਰੱਖ ਕੇ ਪਿਆਰ ਦੇ ਕੇ ਆ ਗਈ। ਉਹ ਵੀ ਮੂਰਖ ਬੜਾ ਰੋਇਆ। ਸਿਆਣੇ ਕਹਿੰਦੇ ਹਨ, ਰੱਬ ਦੇ ਘਰ ਦੇਰ ਤਾਂ ਹੈ ਪਰ ਹਨੇਰ ਨਹੀਂ। ਮੁਕੱਦਮੇਬਾਜ਼ੀ ਵਿੱਚ ਕਤਲ ਦੇ ਦੋਸ਼ ਵਿੱਚ ਦੋਵਾਂ ਭਰਾਵਾਂ ਨੂੰ ਉਮਰ ਕੈਦ ਹੋ ਗਈ। ਅੱਗੋਂ ਮੁੰਡੇ ਦਾ ਦੂਜੇ ਸ਼ਰੀਕਾਂ ਦੇ ਨਾਲ ਲੜਾਈ ਝਗੜੇ ਵਿੱਚ ਲੱਤ ਵੱਢੀ ਗਈ। ਮੁਕੱਦਮੇ ਤੇ ਹਸਪਤਾਲਾਂ ਵਿੱਚ ਰੋਲਦਿਆਂ ਘਰ ਦੇ ਭਾਂਡੇ ਵੀ ਵਿਕ ਗਏ। ਉੱਚੀਆਂ ਮਮਟੀਆਂ ਖੋਲਾ ਹੋ ਗਈਆਂ। ਸੱਚ ਤੇ ਹੱਕ ਵਿੱਚ ਫੈਸਲਾ ਹੋ ਗਿਆ। ਪੂਰਿਆ ਹੋਇਆ ਖੂਹ ਫੇਰ ਪੁੱਟਿਆ ਗਿਆ। ਮੋਟਰ ਲੱਗੀ ਤੇ ਪਾਣੀ ਦਾ ਝਰਨਾ ਫੁੱਟ ਨਿਕਲਿਆ। ਹੋਰ ਡੂੰਘਾ ਪੁੱਟਿਆ ਤੇ ਪਾਣੀ ਛੱਲਾਂ ਮਾਰਦਾ ਨਿਕਲਿਆ। ਆਪਣੇ ਵੱਡੇ ਭਰਾ ਦੇ ਮਰਨ ਤੋਂ ਬਾਅਦ ਦਾਦਾ ਜੀ ਨੇ ਉਸ ਖੂਹ ਦਾ ਪਾਣੀ ਨਹੀਂ ਸੀ ਪੀਤਾ। ਨਿੱਕੇ ਕਾਕੇ ਨੇ ਪਾਣੀ ਦਾ ਗਲਾਸ ਭਰਿਆ, ਪੜਦਾਦੇ ਦੇ ਹੱਥਾਂ ਵਿੱਚ ਫੜਾਉਂਦਿਆਂ ਤੋਤਲੀ ਜ਼ਬਾਨ ਨਾਲ ਆਖਿਆ, ਲਓ ਦਾਦਾ ਜੀ, ਠੰਡਾ ਠੰਡਾ, ਕੂਲ ਕੂਲ। ਸ਼ਹਿਰੀ ਪੁੱਤਰ, ਉਹ ਸਵਾਦ ਹੈ ਖੂਹ ਦੇ ਪਾਣੀ ਵਰਗਾ। ਲੱਡੂ ਵੰਡੇ ਗਏ। ਠੰਡੇ ਮਿੱਠੇ ਪਾਣੀ ਦੀ ਛਬੀਲ ਲੱਗ ਗਈ। ਲੋਕੀ ਛਬੀਲ ਦਾ ਪਾਣੀ ਪੀਂਦੇ ਤੇ ਆਪਣੇ ਰਾਹ ਤੁਰ ਜਾਂਦੇ। ਆਂਢੀਆਂ ਗੁਆਂਢੀਆਂ ਨੇ ਪਾਣੀ ਦੀਆਂ ਬਾਲਟੀਆਂ ਭਰ ਭਰ ਆਪਣੇ ਘਰੀਂ ਜਾ ਕੇ ਗੰਗਾ ਜਲ ਵਾਂਗ ਛਿੜਕਿਆ। ਪਾਣੀ ਵਿੱਚ ਮਨੁੱਖ ਤਾਂ ਕੀ, ਚਿੜੀਆਂ ਜਨੌਰ ਦੀ ਵੀ ਜਾਨ ਹੁੰਦੀ ਹੈ।
ਧਰਤੀ ਸਾਜਣ ਵਾਲੇ ਨੇ ਸੰਸਾਰ ਦੀ ਸਿਰਜਣਾ ਕਰਨ ਤੋਂ ਪਹਿਲਾਂ ਪਾਣੀ ਦਾ ਪ੍ਰਬੰਧ ਕੀਤਾ ਹੋਵੇਗਾ। ਪੁੱਤਰੋ, ਕਦੇ ਵਗਦਾ ਪਾਣੀ ਬੰਦ ਨਾ ਕਰਿਓ। ਪੁੱਤਰੋ, ਕਦੇ ਵਗਦਾ ਪਾਣੀ ਬੰਦ ਨਾ ਕਰਿਓ ਤੇ ਨਾ ਕਿਸੇ ਦੇ ਸਿਰ ਤੋਂ ਸ਼ਾਂਖ ਹੋਇਓ ਤੇ ਨਾ ਕਿਸੇ ਦੇ ਸਿਰ ਤੋਂ ਸ਼ਾਂਖ ਹੋਇਓ। ਦਾਦਾ ਜੀ ਨੇ ਇੱਕ ਪਿੱਪਲ ਦਾ ਰੁੱਖ ਹੋਰ ਲਾ ਦਿੱਤਾ। ਦਾਦਾ ਜੀ ਨੇ ਇੱਕ ਪਿੱਪਲ ਦਾ ਰੁੱਖ ਹੋਰ ਲਾ ਦਿੱਤਾ। ਬਹੁਤ ਬਹੁਤ ਧੰਨਵਾਦ। ਸੱਚਮੁੱਚ ਮੈਮ ਬਹੁਤ ਬਹੁਤ ਧੰਨਵਾਦ ਤੁਹਾਡਾ। ਸੱਚਮੁੱਚ ਜਿਹੜੀਆਂ ਕਹਾਣੀਆਂ ਹੁੰਦੀਆਂ, ਪੰਜਾਬੀ ਕਹਾਣੀ ਤਾਂ ਖਾਸ ਕਰਕੇ ਪਰਿਵਾਰਕ ਕਿੱਸਿਆਂ ਨਾਲ ਹੀ ਜੁੜੀ ਹੁੰਦੀ ਹੈ, ਕਿਉਂਕਿ ਹੋਰ ਭਾਸ਼ਾਵਾਂ ਦੀਆਂ ਕਹਾਣੀਆਂ ਦੇਖੀਏ ਤਾਂ ਹੋਰ ਵਿਸ਼ਿਆਂ ਨਾਲ ਵੀ ਹੁੰਦੀਆਂ ਰਿਲੇਟਡ, ਪਰ ਜੇ ਪੰਜਾਬ ਦੀਆਂ ਪੰਜਾਬੀ ਕਹਾਣੀਆਂ ਦੇਖੀਏ ਤਾਂ ਉਹ ਸੱਚਮੁੱਚ ਘਰਾਂ ਤੇ ਪਰਿਵਾਰਕ ਹੀ ਘੁੰਮਦੀਆਂ ਨੇ। ਤੇ ਤੁਹਾਡਾ ਜਿਹੜਾ ਕਹਾਣੀ ਦਾ ਕਿੱਸਾ ਸੀ ਬੜਾ ਹੀ ਦਿਲਚਸਪ ਸੀ। ਸਾਡੇ ਬਜ਼ੁਰਗ ਸੱਚਮੁੱਚ ਸਾਡੇ ਨਾਲ ਹੀ ਹੁੰਦੇ ਨੇ ਹਮੇਸ਼ਾ, ਤੇ ਬਹੁਤ ਬਹੁਤ ਧੰਨਵਾਦ ਤੁਹਾਡਾ। ਸੋ ਅੱਗੇ ਸਾਡੇ ਨਾਲ ਪਰਮਜੀਤ ਕੌਰ ਜੀ ਜੁੜੇ ਹੋਏ ਨੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜ਼ਿਆਦਾ ਸਮਾਂ ਨਾ ਲੈਂਦੀ ਹੋਈ ਮੈਂ ਆਪਣੀ ਕਹਾਣੀ ਪੇਸ਼ ਕਰ ਰਹੀ ਹਾਂ। ਅੱਜ ਕੱਲ ਜਿਹੜਾ ਸਮਾਂ ਚੱਲ ਰਿਹਾ ਹੈ ਉਹ ਕਿਸਾਨੀ ਦੇ ਦੌਰ ਲਈ ਬਹੁਤ ਹੀ ਘਾਤਕ ਹੈ। ਸਾਡੇ ਪੰਜਾਬ ਦੇ ਕਿਸਾਨ ਲੋਕ, ਪੰਜਾਬ ਦੇ ਹਰਿਆਣੇ ਦੇ ਲੋਕ ਦਿੱਲੀ ਦੇ ਉੱਪਰ ਧਰਨਿਆਂ ਦੇ ਉੱਤੇ ਕਾਨੂੰਨਾਂ ਨੂੰ ਖਤਮ ਕਰਨ ਦੇ ਲਈ ਬੈਠੇ ਹੋਏ ਹਨ, ਤੇ ਉਹਨਾਂ ਦੇ ਲਈ ਇੱਕ ਮੈਂ ਕਹਾਣੀ ਲਿਖੀ ਹੈ, ਉਹ ਤੁਹਾਡੇ ਅੱਗੇ ਪੇਸ਼ ਕਰਨ ਜਾ ਰਹੀ ਹਾਂ। ਆਖਿਰ ਉਹ ਲੋਕ ਕਿਹੜੇ ਹਨ। ਜੀਤਾ ਪਿੰਡ ਦੇ ਵੱਡੇ ਸਰਦਾਰਾਂ ਦਾ ਸੀਰੀ ਸੀ। ਜਦੋਂ ਤੋਂ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਸੀ, ਵੱਡਾ ਸਰਦਾਰ ਦਿੱਲੀ ਧਰਨੇ ਤੇ ਰਹਿੰਦਾ ਸੀ, ਤੇ ਜਦੋਂ ਉਹ ਕਦੇ ਪਿੰਡ ਵਾਪਸੀ ਕਰਦਾ ਤਾਂ ਸਾਰਿਆਂ ਨੂੰ ਦਿੱਲੀ ਧਰਨੇ ਦੀਆਂ ਗੱਲਾਂ ਸੁਣਾਉਂਦਾ। ਜੀਤੇ ਦਾ ਵੀ ਬਹੁਤ ਦਿਲ ਕਰਦਾ ਦਿੱਲੀ ਜਾਣ ਲਈ, ਪਰ ਜ਼ਿੰਮੇਵਾਰੀ ਕਰਕੇ ਕਦੇ ਜਾ ਨਹੀਂ ਸਕਿਆ। ਜੀਤੇ ਦੀ 16 ਵਰ੍ਹਿਆਂ ਦੀ ਧੀ ਸੀ, ਜਿਹੜੀ ਕਿ ਅਕਸਰ ਹੀ ਜੀਤੇ ਨੂੰ ਧਰਨੇ ਤੇ ਜਾਣ ਲਈ ਆਖਦੀ, ਕਿਉਂਕਿ ਉਸਦਾ ਵੀ ਬੜਾ ਮਨ ਕਰਦਾ ਸੀ ਉਹ ਧਰਨੇ ਤੇ ਜਾਵੇ। ਇੱਕ ਦਿਨ ਜਦੋਂ ਵੱਡਾ ਸਰਦਾਰ ਧਰਨੇ ਦੀਆਂ ਗੱਲਾਂ ਸਰਦਾਰਨੀ ਨੂੰ ਦੱਸ ਰਿਹਾ ਸੀ, ਤਾਂ ਜੀਤਾ ਸਾਹੋ ਸਾਹ ਹੋਇਆ ਵੱਡੇ ਸਰਦਾਰ ਕੋਲ ਆਇਆ ਤੇ ਕਹਿਣ ਲੱਗਾ, ਸਰਦਾਰਾ, ਮੈਨੂੰ ਵੀ ਦੱਸ ਕੋਈ ਧਰਨੇ ਦੀ ਹੱਡ ਬੀਤੀ। ਜਿਸ ਦਿਨ ਦਾ ਧਰਨਾ ਸ਼ੁਰੂ ਹੋਇਆ, ਮੇਰੀ ਤਾਂ ਰੂਹ ਹੀ ਉੱਥੇ ਆ, ਸਰੀਰ ਹੀ ਮੇਰਾ ਇੱਥੇ ਆ। ਮੇਰੀ ਧੀ ਵੀ ਬੜੀ ਉਤਾਵਲੀ ਆ ਜਾਣ ਲਈ, ਪਰ ਸਾਡੇ ਮਜ਼ਦੂਰ ਲੋਕਾਂ ਨੂੰ ਤਾਂ ਚੁੱਲ੍ਹਾ ਹੀ ਇਜਾਜ਼ਤ ਨਹੀਂ ਦਿੰਦਾ। ਤਾਂ ਐਡੇ ਵੱਡੇ ਸ਼ਹਿਰ ਵਿੱਚ 4 ਰੁਪਇਆਂ ਤੋਂ ਬਿਨਾਂ ਭਲਾ ਕੀ ਬਣਦਾ। ਵੱਡੇ ਸਰਦਾਰ ਨੇ ਜੀਤੇ ਨੂੰ ਬੁੱਕਲ ਵਿੱਚ ਲਿਆ ਤੇ ਕਿਹਾ, ਓਏ ਭੋਲਿਆ ਪੰਛੀਆ, ਦੱਸ ਦੇਣਾ ਸੀ ਮੈਨੂੰ। ਇਹ ਅੰਦੋਲਨ ਕਿਸਾਨ ਮਜ਼ਦੂਰ ਏਕਤਾ ਦਾ ਪ੍ਰਤੀਕ ਹੈ। ਮੇਰੀ ਤਾਂ ਰੂਹ ਖੁਸ਼ ਹੋ ਗਈ ਸੁਣ ਕੇ। ਨਾਲੇ ਧਰਨੇ ਤੇ ਜਾਣ ਲਈ 4 ਰੁਪਇਆਂ ਦੀ ਲੋੜ ਨਹੀਂ, ਆਪਣੇ ਪਿੰਡ ਤੋਂ ਮੁਫਤ ਸਾਧਨ ਜਾਂਦੇ। ਇਸ ਹਫ਼ਤੇ ਮੈਂ ਘਰ ਰਹਿ ਕੇ ਤੇਰੇ ਕੰਮ ਕਰੂੰ ਤੇ ਤੂੰ ਮੇਰੀ ਥਾਂ ਆਪਣੇ ਪਰਿਵਾਰ ਨਾਲ ਦਿੱਲੀ ਚਲਾ ਜਾਵੀਂ। ਇਹ ਸੁਣ ਕੇ ਜੀਤੇ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਗਏ ਤੇ ਉਹ ਘਰ ਜਾ ਕੇ ਖੁਸ਼ੀ-ਖੁਸ਼ੀ ਧਰਨੇ ਤੇ ਜਾਣ ਦੀ ਤਿਆਰੀ ਕਰਨ ਲੱਗਿਆ। ਮਿੱਥੇ ਦਿਨ ਜੀਤਾ ਤੇ ਉਸਦਾ ਪਰਿਵਾਰ ਪਿੰਡ ਦੇ ਜੱਥੇ ਨਾਲ ਧਰਨੇ ਲਈ ਰਵਾਨਾ ਹੋ ਗਏ। ਹਰਿਆਣਾ ਵਿੱਚ ਦਾਖਲ ਹੋਣ ਸਾਰ ਹੀ ਹਰਿਆਣਵੀ ਲੋਕਾਂ ਨੇ ਲੰਗਰ ਲਗਾਏ ਹੋਏ ਸੀ ਤੇ ਪਿਆਰ ਨਾਲ ਸਵਾਗਤ ਕੀਤਾ। ਸਫ਼ਰ ਤੋਂ ਬਾਅਦ ਜਦੋਂ ਦਿੱਲੀ ਧਰਨੇ ਵਾਲੀ ਜਗ੍ਹਾ ਤੇ ਦਾਖਲ ਹੋਣਾ ਸ਼ੁਰੂ ਕੀਤਾ ਤਾਂ ਧਰਨੇ ਤੇ ਬੈਠੇ ਸਾਰੇ ਲੋਕ ਹੱਥ ਹਿਲਾ-ਹਿਲਾ ਕੇ ਸਵਾਗਤ ਕਰ ਰਹੇ ਸੀ। ਜਦੋਂ ਮਿੱਥੀ ਰਿਹਾਇਸ਼ ਤੇ ਪਹੁੰਚੇ ਤਾਂ ਉੱਥੇ ਨਵਾਬਾਂ ਦੀ ਤਰ੍ਹਾਂ ਵਰਤਾਓ ਹੋਇਆ। ਪਤਾ ਨਹੀਂ ਕੌਣ ਬਿਸਤਰ ਲਗਾਈ ਜਾਂਦਾ ਸੀ, ਕੌਣ ਕੰਬਲ ਵੰਡੀ ਜਾਂਦਾ ਸੀ। ਹਰ ਜ਼ਰੂਰਤ ਦਾ ਸਮਾਨ ਮਿਲ ਰਿਹਾ ਸੀ। ਜਦੋਂ ਸ਼ਾਮ ਨੂੰ ਲੰਗਰ ਛਕਣ ਗਏ ਤਾਂ ਦੇਖਿਆ ਕਿ ਮੁਸਲਮਾਨ ਵੀਰਾਂ ਨੇ ਲੰਗਰ ਲਗਾਇਆ ਹੋਇਆ ਸੀ ਤੇ ਸਾਰੇ ਉੱਥੇ ਬੈਠ ਕੇ ਪਿਆਰ ਨਾਲ ਲੰਗਰ ਛਕ ਰਹੇ ਸੀ। ਥੋੜਾ ਜਿਹਾ ਅੱਗੇ ਜਾ ਕੇ ਦੇਖਿਆ ਤਾਂ ਇੱਕ ਲੰਗਰ ਵਿੱਚ ਪੰਜਾਬੀ ਤੇ ਹਰਿਆਣਵੀ ਇਕੱਠੇ ਹੀ ਸੇਵਾ ਕਰ ਰਹੇ ਸੀ ਤੇ ਹਿੰਦੂ, ਮੁਸਲਮਾਨ, ਸਿੱਖ ਸਾਰੇ ਇਕੱਠੇ ਹੀ ਲੰਗਰ ਛਕ ਰਹੇ ਸੀ। ਜੀਤੇ ਦੀ ਧੀ ਕਹਿਣ ਲੱਗੀ, ਬਾਪੂ, ਅੱਜ ਤੋਂ ਪਹਿਲਾਂ ਕਦੇ ਮੈਂ ਇਹੋ ਜਿਹਾ ਨਜ਼ਾਰਾ ਨਹੀਂ ਦੇਖਿਆ ਸੀ। ਕਿੰਨਾ ਆਨੰਦ ਆ ਰਿਹਾ ਸਾਰਿਆਂ ਵਿੱਚ ਆਪਸੀ ਪਿਆਰ ਦੇਖ ਕੇ। ਕਾਸ਼ ਹਮੇਸ਼ਾ ਹੀ ਸਾਡਾ ਸਮਾਜ ਏਦਾਂ ਹੀ ਰਹੇ। ਸਾਡੇ ਦਿਲਾਂ ਵਿੱਚ ਕੁਝ ਨਹੀਂ, ਬਸ ਸਰਕਾਰਾਂ ਨੇ ਹੀ ਸਾਡੀ ਫਿੱਕ ਪਾਈ ਹੋਈ ਹੈ। ਇੰਨੇ ਨੂੰ ਹੋਕਾ ਦਿੰਦੀਆਂ ਟਰਾਲੀਆਂ ਤੇ ਟੈਂਪੂ ਦਾਖਲ ਹੋਏ। ਉਹ ਸਾਰੇ ਲੰਗਰਾਂ ਵਿੱਚ ਦੁੱਧ ਤੇ ਲੱਸੀ ਦੇ ਰਹੇ ਸੀ। ਇਹ ਹਰਿਆਣਾ ਦੇ ਕਿਸਾਨ ਸੀ ਜਿਹੜੇ ਹਰ ਰੋਜ਼ ਸੇਵਾ ਕਰਦੇ ਸੀ। ਇਸ ਨੂੰ ਦੇਖ ਕੇ ਜੀਤੇ ਦੀ ਧੀ ਫੇਰ ਬੋਲੀ, ਬਾਪੂ, ਜੇਕਰ ਇੱਥੇ ਮੁਸਲਮਾਨ, ਹਿੰਦੂ ਤੇ ਸਿੱਖ ਸਾਰੇ ਇਕੱਠੇ ਹੋ ਕੇ ਪਿਆਰ ਨਾਲ ਰਹਿ ਰਹੇ ਹਨ ਤਾਂ 1984 ਤੇ 1947 ਵਿੱਚ ਜਿਹੜੇ ਲੋਕਾਂ ਨੇ ਕਤਲੇਆਮ ਕੀਤਾ, ਉਹ ਕਿਸਨੇ ਕੀਤਾ ਤੇ ਕਿਸਨੇ ਕਰਾਇਆ?
ਤੇ ਉਹ ਕਿਹੜੇ ਲੋਕ ਸੀ। ਤੇ ਜੇ ਅੱਜ ਹਰਿਆਣਾ ਦੇ ਲੋਕ ਦੁੱਧ ਤੇ ਲੱਸੀ ਦੀਆਂ ਨਦੀਆਂ ਵਹਾ ਰਹੇ ਨੇ ਤਾਂ ਪਾਣੀ ਵਾਲੇ ਮੁੱਦਿਆਂ ਉੱਤੇ ਲੜਨ ਵਾਲੇ ਕੌਣ ਲੋਕ ਨੇ ਤੇ ਕੌਣ ਲੜਾਉਂਦਾ। ਆਖਿਰ ਇਹ ਕਿਹੜੇ ਲੋਕ ਨੇ। ਜੀਤਾ ਵਿਚਾਰਾ ਅਨਪੜ੍ਹ ਸੀ ਤੇ ਧੀ ਦੀਆਂ ਗੱਲਾਂ ਦਾ ਜਵਾਬ ਦਿੰਦਾ ਹੋਇਆ ਕਹਿੰਦਾ, ਹਾਂ ਹਾਂ ਧੀਏ, ਸਹੀ ਕਿਹਾ ਤੂੰ। ਆਪਣੇ ਵੱਡੇ ਸਰਦਾਰ ਜਿੰਨੀਆਂ ਜਮਾਤਾਂ ਕੋਈ ਨਹੀਂ ਪੜ੍ਹਿਆ ਪਿੰਡ। ਚੱਲ ਚੱਲ ਪਿੰਡ ਚੱਲ ਕੇ ਪੁੱਛਾਂਗੇ ਵੱਡੇ ਸਰਦਾਰ ਨੂੰ ਆਖਿਰ ਉਹ ਲੋਕ ਕਿਹੜੇ ਨੇ। ਧੰਨਵਾਦ ਜੀ। ਬਹੁਤ ਵਧੀਆ ਹਾਂਜੀ ਗੁਰੂ ਕਹਾਣੀ ਪਰਮਜੀਤ ਜੀ, ਬਹੁਤ ਵਧੀਆ ਬੋਲਿਆ ਤੁਸੀਂ। ਹੋ ਸਕਦਾ ਉਹਨਾਂ ਦਾ ਥੋੜਾ ਨੈਟਵਰਕ ਪ੍ਰੋਬਲਮ ਹੋਵੇ। ਤੇ ਠੀਕ ਹੈ ਬਹੁਤ ਜੀ। ਵਧੀਆ ਸੰਦੇਸ਼ ਵੀ ਬਹੁਤ ਵਧੀਆ ਤੁਹਾਡਾ, ਔਰ ਜੋ ਮੁੱਦਾ ਤੁਸੀਂ ਸੁਣਾਇਆ ਵਾਕਈ ਬਾਕਮਾਲ ਹੈ, ਔਰ ਹੋ ਵੀ ਇਸ ਤਰ੍ਹਾਂ ਹੀ ਰਿਹਾ ਜੀ ਅੱਜ ਕੱਲ। ਹਾਂਜੀ ਧੰਨਵਾਦ ਜੀ। ਜੀ ਨੈਕਸਟ ਕੰਸਲਟੈਂਟ ਜਿਹੜਾ ਵੀ ਰਹਿੰਦਾ ਜੀ, ਨੈਕਸਟ ਕੌਣ ਮੇਰੇ ਹਿਸਾਬ ਨਾਲ ਮਨਦੀਪ ਰਿੰਪੀ ਜੀ ਰਹਿੰਦੇ ਨੇ ਸ਼ਾਇਦ, ਹੈ ਨਾ। ਮਨਦੀਪ ਰਿੰਪੀ ਜੀ ਨੇ। ਹਾਂਜੀ ਮਨਦੀਪ ਰਿੰਪੀ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ। ਤੇ ਪਹਿਲਾਂ ਤਾਂ ਬਹੁਤ ਬਹੁਤ ਸ਼ੁਕਰੀਆ ਜੀ, ਮੈਨੂੰ ਅੱਜ ਮੌਕਾ ਮਿਲ ਰਿਹਾ ਹੈ ਆਪਣੀ ਕਹਾਣੀ ਕਹਿਣ ਦਾ। ਤੇ ਮੇਰੀ ਕਹਾਣੀ ਹੈ ਜੀ, ਹੁਣ ਮੈਂ ਬਿਲਕੁਲ ਠੀਕ ਹਾਂ। ਕਹਾਣੀ ਹੈ, ਹੁਣ ਮੈਂ ਬਿਲਕੁਲ ਠੀਕ ਹਾਂ। ਕੋਠੇ ਤੇ ਬੈਠੀਆਂ ਬਬਲੀ ਤੇ ਰੱਜੀ ਦੋਵੇਂ ਮਿੱਟੀ ਦੇ ਭਾਂਡੇ ਬਣਾਉਂਦੀਆਂ ਹੋਈਆਂ ਪਤਾ ਨਹੀਂ ਕਿਹੜੀ ਗੱਲੋਂ ਹੱਥੋਂ ਪਾਈ ਹੋ ਗਈਆਂ। ਬਬਲੀ ਨੇ ਜਦੋਂ ਰੱਜੀ ਦੇ ਵਾਲਾਂ ਨੂੰ ਹੱਥ ਪਾਇਆ ਤਾਂ ਰੱਜੀ ਨੇ ਉਹਦੀਆਂ ਗੱਲਾਂ ਤੇ ਘਰੁੰਡਾ ਦੇ ਮਾਰਿਆ। ਰੱਜੀ ਗੁੱਸੇ ਨਾਲ ਭਰੀ ਹੋਈ ਮਿੱਟੀ ਦੇ ਭਾਂਡਿਆਂ ਤੇ ਪੈਰ ਮਾਰਦੀ ਹੋਈ ਰੋਂਦੀ ਰੋਂਦੀ ਨੇ ਆਪਣੇ ਘਰ ਦਾ ਰਾਹ ਫੜ ਲਿਆ। ਟੁੱਟੇ ਭਾਂਡੇ ਵੇਖ, ਬਬਲੀ ਦੀ ਹਾਈ ਦੁਹਾਈ ਸੁਣ, ਬੇਬੇ ਮਖਤਿਆਰੋ ਝੱਟ ਦੇਣੀ ਕੋਠੇ ਤੇ ਭੱਜੀ ਆਈ। ਬਬਲੀ ਇੱਕ ਹੱਥ ਨਾਲ ਮਿੱਟੀ ਦੇ ਭਾਂਡਿਆਂ ਵੱਲ ਇਸ਼ਾਰਾ ਕਰਦੀ ਹੋਈ ਤੇ ਦੂਜੇ ਹੱਥ ਨਾਲ ਅੱਖਾਂ ਤੇ ਨੱਕ ਪੂੰਝਦੀ ਹੋਈ ਬੇਬੇ ਨੂੰ ਸ਼ਿਕਾਇਤਾਂ ਲਾਉਣ ਲੱਗੀ। ਮੇਰੇ ਸਾਰੇ ਭਾਂਡੇ ਮਿੱਧ ਗਈ। ਮਖਤਿਆਰੋ ਬੇਬੇ ਪੋਤੀ ਨੂੰ ਕਲਾਵੇ ਚ ਭਰ ਮੂੰਹ ਨਾਲ ਸਮਝਾਉਣ ਲੱਗੀ, ਧੀਏ ਮਿੱਟੀ ਦੇ ਹੀ ਐ, ਹੋਰ ਬਣ ਜਾਊ। ਰੋਣਾ ਮੇਰੀ ਸਿਆਣੀ ਧੀ, ਲਿਆ ਮੈਂ ਬਣਾ ਦਾਂ। ਬੇਬੇ ਦੀਆਂ ਗੱਲਾਂ ਸੁਣ ਬਬਲੀ ਮੁੜ ਖੇਡੇ ਪੈ ਮਿੱਟੀ ਦੇ ਖਿਡੌਣੇ ਬਣਾਉਣ ਲੱਗੀ। ਰੱਜੀ ਨਾਲ ਮਨ ਵਿੱਚ ਗੁੱਸਾ ਹਾਲੇ ਜਿਉਂ ਦਾ ਤਿਉਂ ਭਰਿਆ ਹੋਇਆ ਸੀ। ਫਿਰ ਅਚਾਨਕ ਉਹਦੀ ਨਿਗਾਹ ਰੱਜੀ ਦੀ ਗੁੱਡੀ ਤੇ ਪਈ, ਜਿਹੜੀ ਉਹਦਾ ਚਾਚਾ ਦੁਸ਼ਹਿਰੇ ਦੇ ਮੇਲੇ ਤੋਂ ਲਿਆਇਆ ਸੀ, ਜਿਹਨੂੰ ਰੱਜੀ ਹਰ ਘੜੀਆਂ ਆਪਣੇ ਨਾਲ ਚੁੱਕੀ ਫਿਰਦੀ ਰਹਿੰਦੀ ਸੀ। ਕਦੇ ਉਹਦੇ ਬਾਲਾਂ ਦੀ ਸਿਫਤ ਕਰਦੀ ਨਾ ਥੱਕਦੀ, ਕਦੇ ਉਹਦੀਆਂ ਨੀਲੀਆਂ ਅੱਖਾਂ ਦੀ ਤੇ ਕਦੇ ਉਹਦੀ ਗੁਲਾਬੀ ਫਰਾਕ ਦੀਆਂ ਗੱਲਾਂ ਕਰਦੀ। ਰੱਜੀ ਦੀ ਗੁੱਡੀ ਵੇਖ ਉਹਦਾ ਚਿਹਰਾ ਗੁੱਸੇ ਨਾਲ ਭਖ ਗਿਆ ਤੇ ਉਹਨੇ ਗੁੱਡੀ ਨੂੰ ਕਚੀਚੀਆਂ ਵੱਟ ਕੇ ਚੁੱਕ ਕੇ ਬੇਬੇ ਦੇ ਸੰਦੂਕ ਥੱਲੇ ਵਗਾ ਮਾਰਿਆ। ਬਬਲੀ ਅੱਜ ਆਪਣੇ ਬਚਪਨ ਵਿੱਚ ਪਹੁੰਚ ਗਈ। ਅਚਾਨਕ ਡੋਰਬੈਲ ਵੱਜੀ ਤੇ ਉਹ ਵਾਪਸ ਪਰਤ ਆਈ ਆਪਣੀ ਇਸ ਦੁਨੀਆ ਵਿੱਚ। ਉਹ ਮਛਲੀ ਜਿਹੀ ਹੋਈ ਅੱਖਾਂ ਬੰਦ ਕਰੀ ਪਈ ਰਹੀ। ਉਹਦੀ ਪੋਤੀ ਨੇ ਗੇਟ ਖੋਲਿਆ। ਨੌ ਡਿਊਟੀ ਤੋਂ ਆਈ ਸੀ। ਉਹਦੀ ਚੰਡੀਗੜ੍ਹ ਦਫ਼ਤਰ 'ਚ ਡਿਊਟੀ ਹੈ। ਸ਼ਾਮ 5 ਵਜੇ ਛੁੱਟੀ ਹੁੰਦੀ ਤੇ ਘਰ ਪਰਤਦਿਆਂ 6 ਵੱਜ ਜਾਂਦੇ। ਜਾਲੀ ਵਾਲਾ ਦਰਵਾਜ਼ਾ 4-5 ਵਾਰ ਖੜਾਕ ਖੜਾਕ ਕਰਦਾ ਹੋਇਆ ਜਦੋਂ ਵੱਜਿਆ, ਉਹਦੇ ਦਿਲ ਦੀ ਧੜਕਨ ਇੱਕਦਮ ਤੇਜ਼ ਹੋ ਗਈ। ਇੱਕ ਵਾਰ ਤਾਂ ਉਹਨੂੰ ਇੰਜ ਲੱਗਿਆ ਜਿਵੇਂ ਉਹਦਾ ਦਿਲ ਛਾਤੀ ਤੇ ਛੜੱਪਾ ਮਾਰ ਕੇ ਬਾਹਰ ਆ ਡਿੱਗੇਗਾ। ਦਰਵਾਜ਼ੇ ਦੀ ਆਵਾਜ਼ ਸੁਣ ਉਹਨੂੰ ਆਪਣੇ ਪੁੱਤ ਤੇ ਬਹੁਤ ਗੁੱਸਾ ਆਇਆ ਕਿ ਉਹਨੂੰ ਕਿੰਨੇ ਦਿਨ ਹੋ ਗਏ ਕਹਿੰਦੀ ਨੂੰ ਕਿ ਦਰਵਾਜ਼ਾ ਸੁਰਵਾ ਲੈ। ਮੁੜ ਉਹ ਸੋਚਣ ਲੱਗੀ ਕਿ ਮੇਰੀ ਇਸ ਘਰ 'ਚ ਹੁਣ ਸੁਣਦਾ ਕੌਣ। ਮੇਰੀ ਹਾਲਤ ਤਾਂ ਉਸ ਗੁੱਡੀ ਵਰਗੀ ਹੋਈ ਪਈ ਜਿਹਨੂੰ ਚੁੱਕ ਕੇ ਮੈਂ ਸੰਦੂਕ ਥੱਲੇ ਸੁੱਟ ਦਿੱਤਾ ਸੀ ਬਦਲਾ ਜੋ ਲੈਣਾ ਸੀ ਰੱਜੀ ਤੋਂ। ਉਦੋਂ ਤਾਂ ਕਾਲਜੇ ਠੰਡ ਪੈ ਗਈ ਸੀ, ਪਰ ਜਦੋਂ ਗੁੱਸਾ ਠੰਡਾ ਹੋਇਆ ਆਪ ਹੀ ਗੁੱਡੀ ਨੂੰ ਚੁੱਕ ਕੇ ਬਹੁਤ ਰੋਈ। ਗੁੱਡੀ ਨੂੰ ਵੇਖ ਮੇਰੇ ਮੂੰਹੋਂ ਨਿਕਲਿਆ, ਹਾਏ ਮੇਰੀ ਲਾਡੋ, ਸੱਟ ਤਾਂ ਨਹੀਂ ਲੱਗੀ। ਹਾਏ ਮੈਂ ਮਰ ਜਾ। ਉਹਦੇ ਕੱਪੜੇ ਝਾੜੇ, ਮੂੰਹ ਧੋਤਾ, ਵਾਲ ਵਾਹੇ। ਫਿਰ ਮੈਂ ਉਹਨੂੰ ਬੁੱਕਲ 'ਚ ਲੈ ਕਿੰਨੀ ਦੇਰ ਬੈਠੀ ਰਹੀ। ਰੱਜੀ 2-3 ਗੇੜੇ ਮਾਰ ਗਈ ਗੁੱਡੀ ਦੀ ਭਾਲ 'ਚ, ਕੋਠੇ ਉੱਪਰ ਵੀ ਲੱਭਦੀ ਰਹੀ। ਉਹਨੇ ਮੈਨੂੰ ਕਿੰਨੀ ਵਾਰ ਪੁੱਛਿਆ, ਮੇਰੀ ਗੁੱਡੀ ਵੇਖੀ? ਪਰ ਮੈਂ ਮੂੰਹੋਂ ਕੁਝ ਨਾ ਬੋਲਾਂ, ਕਿਉਂਕਿ ਮਹਿੰਦਰ ਭੈਣ ਜੀ ਕਹਿੰਦੇ ਸੀ ਕਿ ਝੂਠ ਬੋਲਣਾ ਪਾਪ ਹੈ ਤੇ ਮੈਂ ਪਾਪ ਨਹੀਂ ਸੀ ਕਰਨਾ ਚਾਹੁੰਦੀ। ਜਦੋਂ ਰੱਜੀ ਗੁੱਡੀ ਬਾਰੇ ਮੁੜ-ਮੁੜ ਪੁੱਛਦੀ ਤਾਂ ਮੈਂ ਪਰਾਂ ਨੂੰ ਮੂੰਹ ਘੁਮਾ ਕੇ, ਜਾ ਮੇਰੇ ਘਰ ਤੋਂ, ਭੱਜ ਜਾ, ਮੈਂ ਨਹੀਂ ਤੇਰੇ ਨਾਲ ਬੋਲਣਾ, ਤੇਰੀ ਮੇਰੀ ਕੱਟੀ। ਉਹ ਵਿਚਾਰੀ ਰੋਂਦੀ ਰੋਂਦੀ ਆਪਣੇ ਘਰ ਨੂੰ ਤੁਰ ਪੈਂਦੀ। ਇੱਕ ਦਿਨ ਮੈਨੂੰ ਰੱਜੀ ਤੇ ਤਰਸ ਜਿਹਾ ਆਇਆ। ਮੈਂ ਆਪ ਹੀ ਉਹਦੀ ਗੁੱਡੀ ਉਹਦੇ ਘਰ ਮੋੜਨ ਚਲੀ ਗਈ। ਗੁੱਡੀ ਮੇਰੇ ਹੱਥਾਂ 'ਚ ਵੇਖ ਰੱਜੀ ਨੇ ਮੈਨੂੰ ਘੁੱਟ ਕੇ ਜੱਫੀ ਪਾ ਲਈ। ਅਸੀਂ ਮੁੜ ਤੋਂ ਸਹੇਲੀਆਂ ਬਣ ਗਈਆਂ। ਅਚਾਨਕ ਬਬਲੀ ਸੋਚਣ ਲੱਗੀ,
ਮੇਰੀ ਇੱਕੋ ਤਾਂ ਨਹੁੰ ਹੈ, ਕਿਹੜੇ ਦੋ ਚਾਰ, ਕਿਹੜਾ ਘਰ ਜਿੱਥੇ ਦੋ ਭਾਂਡੇ ਨਹੀਂ ਖੜਕਦੇ। ਮੰਨਿਆ ਕਿ ਜਦ ਮੇਰੀਆਂ ਚੱਲਦੀਆਂ ਸਨ ਮੈਂ ਚਲਾਈਆਂ, ਪਰ ਫੇਰ ਵੀ ਆਪਣੀ ਨਹੁੰ ਦਾ ਕਦੇ ਮਾੜਾ ਨਹੀਂ ਤੱਕਿਆ। ਜਦੋਂ ਡਿਊਟੀ ਜਾਂਦੀ ਪਿੱਛੋਂ ਸਾਰਾ ਘਰ ਸਾਂਭਦੀ, ਆਪਣੇ ਪੋਤੇ ਪੋਤੀਆਂ ਨੂੰ ਵੇਖਦੀ, ਘਰ ਦਾ ਕੰਮਕਾਰ ਕਰਦੀ। ਮੇਰੀ ਨੂੰਹ ਵੀ ਸਵੇਰੇ ਸਵਖਤੇ ਉੱਠ ਰੋਟੀ ਟੁੱਕ ਕਰ ਦਫ਼ਤਰ ਜਾਣ ਦੀ ਤਿਆਰੀ ਖਿੱਚ ਲੈਂਦੀ। ਮੈਂ ਥਾਇਰਾਇਡ ਦੀ ਮਰੀਜ਼, ਫਿਰ ਸ਼ੂਗਰ ਨੇ ਘੇਰ ਲਿਆ। ਸ਼ੂਗਰ ਦੇ ਨਾਲ ਬੀਪੀ ਦੀ ਗੋਲੀ ਵੀ ਪੱਕੀ ਲੱਗ ਗਈ। ਪਤਾ ਨਹੀਂ ਕਿੱਥੋਂ ਚਿੰਬੜ ਗਈਆਂ ਇੰਨੀਆਂ ਬਿਮਾਰੀਆਂ ਇਕੱਠੀਆਂ ਹੀ। ਕੁਝ ਬਿਮਾਰੀਆਂ ਨੇ ਚੰਬ ਦਿੱਤੀ ਮੇਰੀ ਦੇਹ, ਤੇ ਕੁਝ ਪੇਕਿਆਂ 'ਚ, ਭਾਈਆਂ ਭਤੀਜਿਆਂ 'ਚ ਪੈਂਦੀਆਂ ਦਰਾੜਾਂ ਦੀਆਂ ਖਬਰਾਂ ਨੇ ਮੇਰੀ ਰੂਹ ਪੁਰਨ ਸੁੱਟੀ। ਮਨ ਨੂੰ ਕੁਝ ਵੀ ਚੰਗਾ ਨਾ ਲੱਗਦਾ। ਜੇ ਕੋਈ ਚੰਗਾ ਮਾੜਾ ਬੋਲਦਾ ਤਾਂ ਝੱਟ ਖਾਣ ਨੂੰ ਪੈਂਦੀ। ਨਹੁੰ ਨਾਲ ਵੀ ਕਦੇ ਖੈਬੜ ਪੈਂਦੀ, ਤੇ ਉਹ ਵੀ ਥੱਕੀ ਹਾਰੀ ਦਫ਼ਤਰੋਂ ਆਂਦੀ, ਆਪਣੀ ਸਮੱਸਿਆ ਤੇ ਫਿਕਰਾਂ 'ਚ ਮਾਰੀ ਮਾਰੀ। ਫੇਰ ਉਹ ਵੀ ਕਿਹੜਾ ਸਿੱਧੇ ਮੂੰਹ ਬੋਲਦੀ। ਸਾਡੇ ਦੋਹਾਂ ਦੇ ਮੱਥਿਆਂ ਤੇ ਪੈਂਦੀਆਂ ਘੁੱਟੀਆਂ ਨੇ ਘਰ 'ਚ ਕਲੇਸ਼ ਵਧਾਉਣਾ ਹੀ ਸੀ। ਸੋ ਵੱਧਦੇ ਕਲੇਸ਼ ਨੂੰ ਵੇਖ ਤੰਗ ਹੋਏ ਪੁੱਤ ਨੇ ਆਪਣਾ ਫੈਸਲਾ ਸੁਣਾ ਦਿੱਤਾ। ਮਾਂ, ਤੇਥੋਂ ਕੰਮਕਾਰ ਨਹੀਂ ਹੁੰਦਾ ਘਰ ਦਾ ਤਾਂ ਨਾ ਕਰ। ਬਹੁਤੀ ਲੋੜ ਨਹੀਂ ਬੁੜਬੁੜ ਕਰਨ ਦੀ, ਚੁੱਪ ਕਰਕੇ ਬੈਠੀ ਰਿਹਾ ਕਰ, ਬੈਠੀ ਨੂੰ ਰੋਟੀ ਮਿਲੂ। ਪੁੱਤ ਨੇ ਆਪਣਾ ਫਰਜ਼ ਪੂਰਿਆ ਤੇ ਨੂੰਹ ਨੇ ਬਿਨਾਂ ਕੁਝ ਬੋਲਿਆ ਅੱਖਾਂ ਨਾਲ ਸਭ ਕੁਝ ਸਮਝਾ ਦਿੱਤਾ। ਮੈਂ ਵੀ ਅਣਖ ਦੀ ਮਾਰੀ ਹੋਈ ਸਾਰੇ ਕੰਮਕਾਰ ਛੱਡ ਕੇ ਬਹਿ ਗਈ ਆਪਣੇ ਕਮਰੇ 'ਚ ਬੈੱਡ ਮਲ ਕੇ। ਭਾਵੇਂ ਪੁੱਤ ਨੇ ਬਥੇਰੀ ਵਾਹ ਲਾਈ ਉਹਦੇ ਤੇ ਨੂੰਹ ਦੇ ਵਿਚਲੇ ਫਰਕ ਨੂੰ ਮਿਟਣ ਦੀ, ਪਰ ਉਹਨਾਂ ਦੋਵਾਂ ਨੇ ਕਿੱਥੇ ਚੱਲਣ ਦਿੱਤੀ ਵਿਚਾਰੇ ਦੀ। ਉਹਦੀ ਨੂੰਹ ਨੇ ਝੱਟ ਸਾਰੇ ਕੰਮ ਸਾਂਭ ਲਏ, ਨੱਸੀ ਭੱਜੀ ਫਿਰਦੀ, ਰਸੋਈ ਦਾ ਵੀ ਕਰ ਜਾਂਦੀ, ਸਫਾਈਆਂ ਵੀ ਸਵੇਰੇ ਸਵਖਤੇ ਕਰ ਜਾਂਦੀ। ਕਈ ਵਾਰ ਤਾਂ ਨੂੰਹ ਤੇ ਬੜਾ ਹੀ ਮੋਹ ਆਂਦਾ, ਇਹ ਸੋਚ ਕੇ ਕਿ ਜਿਉਣ ਜੋਗੀ ਕਿੰਨੀ ਖੇਚਲ ਕਰਦੀ, ਪਰ ਹਿਰਖ ਵੀ ਆਂਦਾ ਕੀ ਹੋਇਆ ਜੇ ਭਲਾ ਮੇਤੋਂ ਕੁਝ ਮਾੜਾ ਚੰਗਾ ਕਹਿ ਹੋ ਗਿਆ। ਆਖਰ ਹੈ ਤਾਂ ਮੈਂ ਉਹਦੀ ਮਾਂ ਬਰਾਬਰ, ਜੇ ਉਹ ਸਮਝੇ। ਜੇ ਉਹਦੀ ਮਾਂ ਕੁਝ ਆਖ ਦਿੰਦੀ ਉਹਦੇ ਨਾਲ ਵੀ ਇੰਜੇ ਆਡੇ ਲੈਂਦੀ। ਇਹ ਸੋਚ ਉਹਦੀ ਰੂਹ ਕੁੜਦੀ ਰਹਿੰਦੀ। ਉਹ ਸੋਚਦੀ ਮੈਂ ਤਾਂ ਰੱਜੀ ਦੀ ਗੁੱਡੀ ਗੁੱਸੇ 'ਚ ਵਗਾ ਮਾਰੀ ਸੀ ਸੰਦੂਕ ਥੱਲੇ, ਤੇ ਸਾਰਾ ਗੁੱਸਾ ਠੰਡਾ ਹੋਇਆ ਧੋ ਸਵਾਰ ਕੇ ਬੁੱਕਲ 'ਚ ਲੈ ਕੇ ਬੈਠੀ ਰਹੀ ਕਿ ਹੁਣ ਮੇਰੀ ਕੋਈ ਬੁੱਕਤ ਨਹੀਂ ਮੇਰੀ ਨੂੰਹ ਨੂੰ। ਜੇ ਮੈਂ ਗੁੱਸਾ ਕਰਕੇ ਬਹਿ ਹੀ ਗਈ ਅੜ ਕੇ ਕਮਰੇ 'ਚ ਤਾਂ ਕੀ ਹੋਇਆ, ਉਹਦੀ ਕਿਹੜੇ ਕਲਗੀ ਢਹਿ ਜੂ ਜੇ ਮੇਰਾ ਹਾਲ ਚਾਲ ਪੁੱਛ ਲਵੇ। ਇੱਕ ਵਾਰ ਪੁੱਛੇ ਤਾਂ ਸਹੀ ਮੇਤੋਂ, ਮੈਂ ਤਾਂ 9 ਵਾਰ 9 ਹੋ ਜੂ, ਮੇਰੀਆਂ ਸਾਰੀਆਂ ਬਿਮਾਰੀਆਂ ਚੁੱਕੀਆਂ ਜਾਣੀਆਂ। ਬਬਲੀ ਦੀਆਂ ਸੋਚਾਂ ਦੀਆਂ ਲੜੀਆਂ ਅੱਜ ਕਿਧਰੇ ਕਿਧਰੇ ਮੁੜ ਰਹੀਆਂ ਸਨ। ਹੁਣ ਉਹ ਆਪਣੀ ਸੱਸ ਬਾਰੇ ਸੋਚਣ ਲੱਗੀ। ਉਹ ਸੋਚਦੀ ਮੇਰੀ ਸੱਸ ਕਿੰਨੀ ਕੁਪੱਤੀ ਹੁੰਦੀ ਸੀ, ਉਹਦੇ ਮੂਹਰੇ ਬੋਲ ਕੇ ਨਹੀਂ ਸੀ ਵੇਖਿਆ ਕਦੇ। ਤੜਕੇ ਉੱਠ ਦੇਰ ਤੱਕ ਕੰਮ ਕਰਦੀ ਰਹਿੰਦੀ, ਪਰ ਫੇਰ ਵੀ ਉਹਦੇ ਮੂੰਹੋਂ ਆਪਣੇ ਲਈ ਪਿਆਰ ਭਰੇ ਬੋਲ ਸੁਣਨ ਲਈ ਤਰਸਦੀ। ਮੇਰਾ ਘਰ ਵਾਲਾ ਵੀ ਕਿਹੜੇ ਘੱਟ ਸੀ। ਬੇਬੇ ਕੰਨ ਪਰਦੀ ਨਾ ਤੱਕਦੀ ਤੇ ਉਹ ਵੇਲਾ ਕੁਵੇਲਾ ਨਾ ਦੇਖਦਾ ਮੇਰੇ ਹੱਡ ਸੇਕਣ ਲੱਗਿਆ। ਮਿੰਟਾਂ 'ਚ ਨੀਲ ਪਾ ਦਿੰਦਾ ਮੇਰੇ ਕੁੱਟ-ਕੁੱਟ ਕੇ। ਥਾਂ ਖੁਥਾਂ ਵੀ ਨਹੀਂ ਸੀ ਦੇਖਦਾ, ਹੱਥ ਚੁੱਕਣ ਲੱਗਿਆ। ਇੱਕ ਵਾਰ ਮੈਨੂੰ ਯਾਦ ਹੈ, ਖੂਹ ਤੇ ਪਾਣੀ ਭਰਨ ਲੱਗੀ ਨੂੰ ਗੁੱਤੋਂ ਫੜ ਘੜੀਸਦਾ ਹੋਇਆ ਘਰ ਲੈ ਆਇਆ, ਮੇਰਾ ਕੁੱਟ-ਕੁੱਟ ਕੇ ਬੁਰਾ ਹਾਲ ਕਰ ਦਿੱਤਾ, ਉਹ ਵੀ ਬਿਨਾਂ ਕਸੂਰੋਂ। ਮੈਂ ਮੁੜ-ਮੁੜ ਪੁੱਛੀ ਜਾਵਾਂ ਮੇਰਾ ਕਸੂਰ ਤਾਂ ਦੱਸੋ ਕੀ ਹੈ, ਪਰ ਉਹ ਗੱਲ ਕੋਈ ਨਾ ਦੱਸੇ। ਉਹ ਤਾਂ ਜਦ ਸਾਡੀ ਬੁੜੀ ਮੰਜੇ ਤੇ ਪੈ ਗਈ ਫੇਰ ਮੇਰੀ ਜਾਨ ਖਾਲੀ ਹੋਈ। ਥੋੜਾ ਕਿੰਨੀ ਦੇਰ ਰਿੜਕਦੀ ਰਹੀ ਉਹ, ਫਿਰ ਮੇਰੇ ਮੂਹਰੇ ਹੱਥ ਜੋੜ-ਜੋੜ ਕੀਤੀਆਂ ਦੀਆਂ ਮੁਆਫੀ ਮੰਗੇ। ਆਖੇ ਧੀਏ ਮੈਨੂੰ ਮਾਫ ਕਰ ਦੇ, ਮੈਨੂੰ ਦੱਸ ਵੀ ਬੜਾ ਆਵੇ ਬੁੜੀ ਤੇ ਮੈਂ ਬਥੇਰੀ ਸੇਵਾ ਕੀਤੀ। ਫਿਰ ਉਹੀ ਮੇਰੀ ਸਿਫਤਾਂ ਕਰੇ ਜਣੇ ਖਣੇ ਕੋਲ। ਹਾਂ, ਫਿਰ ਉਹੀ ਪੁੱਤ ਮੇਰੀਆਂ ਸਿਫਤਾਂ ਕਰੇ ਜਣੇ ਖਣੇ ਕੋਲ। ਆਖੇ ਬਬਲੀ ਨੇ ਸਾਡੀ ਬੁੜੀ ਦੇ ਟਾਕੀਆਂ ਪੈਣ ਤੋਂ ਬਚਾ ਲਈਆਂ। ਸਾਡੀ ਬੁੜੀ ਨੇ ਚੰਗੇ ਕਰਮ ਕੀਤੇ ਸਨ, ਬਬਲੀ ਵਰਗੀ ਨੂੰਹ ਮਿਲੀ। ਸਵੇਰੇ ਉੱਠਦੇ ਸਾਰ ਬੇਬੇ ਨੂੰ ਸਾਫ਼ ਸਫਾਈ ਕਰਦੀ, ਬੇਬੇ ਦੀ ਉਹਦਾ ਮੂੰਹ ਸਿਰ ਸਵਾਰ ਕੇ ਫਿਰ ਚੁੱਲ੍ਹੇ ਚੌਂਕੇ ਤੇ ਚੜ੍ਹਦੀ। ਮੇਰੀ ਮਾਂ ਰੋਲਣ ਨਾ ਦਿੱਤੀ ਧੀ ਨੇ। ਬੇਬੇ ਵੀ ਮੰਜੇ ਤੇ ਬੈਠੀ ਬਥੇਰੀਆਂ ਸੀਸਾਂ ਦਿੰਦੀ, ਪਰ ਜੇ ਇਹ ਮੋਹ ਮੰਜੇ ਤੇ ਬੈਠਣ ਤੋਂ ਪਹਿਲਾਂ ਫੁੱਟ ਪੈਂਦਾ ਉਹਦੇ ਮੂੰਹੋਂ ਤਾਂ ਗੱਲ ਹੀ ਕੁਝ ਹੋਰ ਹੋਣੀ ਸੀ। ਚਲੋ ਕਹਿੰਦੇ ਨੇ ਕਰਮਾਂ ਦੀ ਖੇਡ ਹੈ। ਮੈਂ ਪਤਾ ਨਹੀਂ ਕਿੰਨਾ ਕੁ ਮਾੜਾ ਕੀਤਾ ਹੋਣਾ ਪਿਛਲੇ ਜਨਮ 'ਚ, ਉਹ ਲੇਖਾ ਜੋਖਾ ਪੂਰਾ ਹੋਇਆ ਪਿਛਲੇ ਜਨਮ ਦਾ। ਚੱਲ ਮੇਰਾ ਤੇ ਮੇਰੀ ਸੱਸ ਦਾ ਲੇਖਾ ਜੋਖਾ ਤਾਂ ਪੂਰਾ ਹੋ ਗਿਆ ਸ਼ਾਇਦ, ਪਰ ਹੁਣ ਮੇਰੀ ਨੂੰਹ ਤੇ ਮੇਰਾ ਪਤਾ ਨਹੀਂ ਕਾਹਦਾ ਵੈਰ ਵਧੀ ਜਾਂਦਾ। ਹੈ ਤਾਂ ਮੇਰੀ ਨੂੰਹ, ਮੇਰੀ ਉਹ ਰਹਿਣੀ, ਮੈਂ ਤਾਂ ਧੀ ਕਰਕੇ ਮੰਨੀ ਉਹ, ਪਰ ਗੱਲ ਤਾਂ ਬਣੇ ਜੇ ਉਹ ਮੈਨੂੰ ਮਾਂ ਮੰਨੇ। ਬਬਲੀ ਇਹਨਾਂ ਸੋਚਾਂ ਵਿੱਚ ਘਿਰੀ ਹੋਈ ਸੀ ਕਿ ਉਹਦੀ ਨੂੰਹ ਥੱਕੀ ਹਾਰੀ ਲਾਬੀ 'ਚ ਪਏ ਸੋਫੇ ਤੇ ਢੇਰੀ ਹੋ ਗਈ। ਉਹਦਾ ਜੀ ਕਰੇ ਇੱਕ ਵਾਰ ਪੁੱਛਾਂ ਤਾਂ ਸਹੀ ਧੀਏ ਕੀ ਗੱਲ ਹੈ, ਸਿਹਤ ਤਾਂ ਠੀਕ ਹੈ, ਪਰ ਫੇਰ ਅਣਖ ਦੀ ਮਾਰੀ ਉਂਝੀ ਪਈ ਰਹੀ। ਥੋੜੀ ਦੇਰ ਬਾਅਦ ਉਹਦੀ ਪੋਤੀ ਤੋਂ ਨੂੰਹ ਨੇ ਪਾਣੀ ਦਾ ਗਲਾਸ ਮੰਗਿਆ, ਪਰ ਪੋਤੀ ਪਤਾ ਨਹੀਂ ਕਿਹੜੀ ਗੱਲੋਂ ਭਰੀ ਪੀਤੀ ਚੁੱਪਚਾਪ ਕਮਰੇ 'ਚ ਜਾ ਬੈਠੀ। ਬਬਲੀ ਪਈ ਪਈ ਵੇਖੀ ਜਾਵੇ ਜਾਲੀ 'ਚੋਂ, ਆਪਣੀ ਮਾਂ ਨੂੰ ਪਾਣੀ ਦਾ ਗਲਾਸ ਫੜਾ ਆਵੇ, ਪਰ ਕਿੱਥੇ। ਫਿਰ ਉਹਨੂੰ ਤਰਸ ਆਇਆ। ਉਹ ਹੌਲੀ ਜਿਹੀ ਉੱਠੀ ਤੇ ਰਸੋਈ 'ਚ ਪਾਣੀ ਦਾ ਗਲਾਸ ਭਰ ਨੂੰਹ ਦੇ ਸਿਰਹਾਣੇ ਜਾ ਖੜੀ ਹੋਈ। ਉਹਦੀ ਨੂੰਹ ਬਿਨਾਂ ਅੱਖਾਂ ਖੋਲਿਆ ਪੁੱਛਣ ਲੱਗੀ, ਮੰਮੀ ਠੀਕ?
ਮੰਮੀ ਠੀਕ ਰਹੇ ਅੱਜ? ਰੋਟੀ ਖਾ ਲਈ ਮੰਮੀ ਨੇ? ਜਦੋਂ ਉਹਨੇ ਇੰਜ ਪੁੱਛਿਆ ਤਾਂ ਬਬਲੀ ਦੀ ਅੱਖਾਂ ਭਰ ਆਈਆਂ ਤੇ ਉਹ ਆਪਣੀ ਨੂੰਹ ਦੇ ਸਿਰ ਤੇ ਹੱਥ ਫੇਰਦੀ ਹੋਈ ਆਖਣ ਲੱਗੀ, ਹਾਂ ਧੀਏ, ਹੁਣ ਮੈਂ ਬਿਲਕੁਲ ਠੀਕ ਹਾਂ। ਧੰਨਵਾਦ। ਹਾਂਜੀ ਮਨਦੀਪ ਜੀ, ਬਹੁਤ ਹੀ ਸੋਹਣੀ ਕਹਾਣੀ। ਸਹੀ ਗੱਲ ਹੈ, ਕਈ ਵਾਰੀ ਸਾਨੂੰ ਦਵਾਈਆਂ ਦੀ ਜ਼ਰੂਰਤ ਨਹੀਂ ਹੁੰਦੀ, ਦੁਆਵਾਂ ਦੀ ਜ਼ਰੂਰਤ ਹੁੰਦੀ ਹੈ ਤੇ ਆਪਣਿਆਂ ਦੇ ਪੁੱਛਣ ਨਾਲ ਹੀ ਸਾਡੇ ਹਾਲ ਨੇ ਜਿਹੜੇ ਉਹ ਠੀਕ ਹੋ ਜਾਂਦੇ ਹਨ। ਤੇ ਹਰਪ੍ਰੀਤ ਜੀ ਅੱਗੇ ਅਗਲੇ ਕਹਾਣੀਕਾਰ, ਮੈਨੂੰ ਲੱਗਦਾ ਉਹਨਾਂ ਦੀ ਨੈਟਵਰਕ ਪ੍ਰੋਬਲਮ ਹੈਗੀ ਹੈ। ਜਸ਼ਨ ਪੜਿਓ। ਸਰਬਜੀਤ ਕੌਰ ਮੈਡਮ, ਆਵਾਜ਼ ਸੁਣ ਰਹੇ ਹੋ? ਮੈਡਮ ਸਰਬਜੀਤ ਕੌਰ। ਸੁਰਿੰਦਰ ਮੈਡਮ ਕੁਝ ਕਹਿ ਰਹੇ ਆ ਪਰ ਉਹਨਾਂ ਦਾ ਮਾਈਕ, ਮੈਡਮ ਕੁਝ ਕਹਿ ਰਹੇ ਸੀ ਸੁਰਿੰਦਰ ਮੈਡਮ। ਹਾਂਜੀ ਮੈਡਮ, ਤੁਹਾਡੀ ਆਵਾਜ਼ ਸਾਡੇ ਤੱਕ ਨਹੀਂ ਪਹੁੰਚ ਰਹੀ, ਤੁਹਾਡਾ ਮਾਈਕ ਆਫ ਹੈ। ਹਾਂਜੀ ਹਾਂ, ਮੈਂ ਹੁਣ ਸੁਣੀ ਆਵਾਜ਼? ਹੁਣ ਸੁਣ ਰਹੀ ਆਵਾਜ਼? ਹਾਂਜੀ ਹੁਣ ਸੁਣ ਰਹੀ। ਹਾਂਜੀ ਹਾਂਜੀ। ਮੈਂ ਨਾ ਪਰਮਜੀਤ ਤੇ ਮਨਦੀਪ ਜੀ ਦੇ ਸੰਬੰਧ ਵਿੱਚ ਕਹਿਣਾ ਚਾਹੁੰਦੀ ਹਾਂ ਕਿ ਦੋਨਾਂ ਦੀਆਂ ਕਹਾਣੀਆਂ ਜਿਹੜੀਆਂ ਬਹੁਤ ਹੀ ਵਧੀਆ ਕਹਾਣੀਆਂ ਸੀ। ਤਾਂ ਇਹਨਾਂ ਦਾ ਬੜੇ ਸੋਹਣੇ ਢੰਗ ਦੇ ਨਾਲ ਇਹਨਾਂ ਨੇ ਆਪਣੀਆਂ ਕਹਾਣੀਆਂ ਨੂੰ ਸੁਣਾਇਆ ਹੈ। ਤਾਂ ਇਹਨਾਂ ਦਾ ਕਹਾਣੀਆਂ ਦੇ ਕਿਸਾਨ ਸੰਘਰਸ਼ ਨਾਲ ਸੰਬੰਧਿਤ ਸੀ, ਬਹੁਤ ਅੱਛੀ ਕਹਾਣੀ ਸੀ। ਤੇ ਮਨਦੀਪ ਜੀ ਦਾ ਪਰਿਵਾਰ ਨਾਲ ਸੰਬੰਧਿਤ ਬਹੁਤ ਅੱਛੀ ਉਹਦੀ ਜਿਹੜੀ ਬਣਤਰ ਸੀ, ਤਾਂ ਉਹਦੀ ਸ਼ਬਦਾਵਲੀ ਬਹੁਤ ਪਿਆਰੀ ਸੀ। ਮੈਂ ਦੋਨਾਂ ਨੂੰ ਬਹੁਤ ਮੁਬਾਰਕ ਦਿੰਦੀ ਹਾਂ। ਸ਼ੁਕਰੀਆ ਮੈਮ, ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਮੈਡਮ, ਤੁਹਾਡੇ ਵੱਡਿਆਂ ਦੀਆਂ ਦੁਆਵਾਂ ਨਾਲ। ਹਾਂਜੀ, ਸਰਬਜੀਤ ਕੌਰ ਮੈਡਮ ਜੁਆਇਨ ਹੋ ਰਹੇ ਨੇ। ਹਾਂਜੀ ਮੈਡਮ, ਸਰਬਜੀਤ ਕੌਰ ਮੈਡਮ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸ਼ੁਕਰੀਆ ਪਰਮਜੀਤ ਜੀ, ਸ਼ੁਕਰੀਆ ਗੁੜੀਆ ਦੀਵਾਲ ਜੀ, ਔਰ ਬਹੁਤ ਬਹੁਤ ਸ਼ੁਕਰੀਆ ਮੈਮ ਕੁਲਜੀਤ ਗਜ਼ਲ ਜੀ। ਨੈਟਵਰਕ ਦਾ ਬਹੁਤ ਪ੍ਰੋਬਲਮ ਕਰਕੇ ਵਾਰ-ਵਾਰ। ਮੇਰੀ ਕਹਾਣੀ ਦਾ ਨਾਂ ਹੈ ਜੀ ਨੰਨਾ ਮਹਿਮਾਨ। ਜੀ ਆਵਾਜ਼ ਆ ਰਹੀ ਹੈ ਸਭ ਨੂੰ ਸਹੀ? ਹਾਂਜੀ ਮੈਡਮ, ਆ ਰਹੀ ਹੈ ਜੀ। ਓਕੇ, ਸ਼ੁਕਰੀਆ ਜੀ। ਮੇਰੀ ਕਹਾਣੀ ਦਾ ਨਾਮ ਹੈ ਨੰਨਾ ਮਹਿਮਾਨ। ਗੁਰਕਿਰਪਾਲ ਦੇ ਘਰ ਨੰਨਾ ਮਹਿਮਾਨ ਆਉਣ ਵਾਲਾ ਸੀ, ਪਰ ਉਹਨਾਂ ਦੋਵਾਂ ਜੀਆਂ ਨੂੰ ਕੋਈ ਖਾਸ ਖੁਸ਼ੀ ਨਹੀਂ ਸੀ, ਕਿਉਂਕਿ ਉਹਨਾਂ ਦੇ ਘਰ ਪਹਿਲਾਂ ਹੀ 2 ਧੀਆਂ ਸਨ। ਬੇਸ਼ੱਕ ਉਹ ਆਪਣੀਆਂ ਧੀਆਂ ਨੂੰ ਜਾਨੋਂ ਵੱਧ ਕੇ ਪਿਆਰ ਕਰਦਾ ਸੀ, ਪਰ ਪੁੱਤਰ ਦਾ ਲਾਲਚ ਕਿਸ ਨੂੰ ਨਹੀਂ ਹੁੰਦਾ। 3 ਮਹੀਨੇ ਬੀਤ ਚੁੱਕੇ ਸਨ। ਕਾਫੀ ਸੋਚ ਵਿਚਾਰ ਤੋਂ ਬਾਅਦ ਉਹਨਾਂ ਨੇ ਚੈੱਕਅਪ ਕਰਵਾਉਣ ਦਾ ਇਰਾਦਾ ਬਣਾ ਲਿਆ। ਅੱਗੇ ਦੀ ਅੱਗੇ ਸਿਫਾਰਿਸ਼ ਪਵਾ ਕੇ ਡਾਕਟਰ ਨਾਲ ਸੰਪਰਕ ਕੀਤਾ। ਆਖਿਰ ਅੱਜ ਉਹ ਦਿਨ ਆ ਹੀ ਗਿਆ ਜਦ ਪਤਾ ਲੱਗ ਜਾਣਾ ਸੀ ਕਿ ਨੰਨਾ ਮਹਿਮਾਨ ਧੀ ਹੈ ਜਾਂ ਪੁੱਤਰ। ਅੰਦਰ ਹੀ ਅੰਦਰ ਗੁਰਕਿਰਪਾਲ ਨੇ ਇਹ ਡਰ ਵੀ ਸਤਾਰਿਆ ਸੀ ਕਿ ਜੇਕਰ ਧੀ ਹੋਈ ਤਾਂ ਫਿਰ ਉਹ ਪਾਪ ਕਰੇਗਾ, ਕਿ ਉਸਦਾ ਜ਼ਮੀਰ ਉਸਨੂੰ ਇਹ ਇਜਾਜ਼ਤ ਕਰਨ ਦੇਵੇਗਾ, ਕਿ ਉਸਨੂੰ ਰੱਬ ਇਸ ਤਰ੍ਹਾਂ ਕਰਨ ਤੇ ਮਾਫ ਕਰ ਦੇਵੇਗਾ। ਅਜੇ ਉਹ ਬਹੁਤ ਗਹਿਰੀ ਸੋਚ ਵਿੱਚ ਡੁੱਬਾ ਹੋਇਆ ਸੀ ਕਿ ਅੰਦਰੋਂ ਡਾਕਟਰ ਆ ਗਿਆ। ਡਾਕਟਰ ਨੇ ਗੁਰਕਿਰਪਾਲ ਨੂੰ ਵਧਾਈ ਦਿੰਦੇ ਹੋਏ ਕਿਹਾ, ਮੁਬਾਰਕ ਹੋਵੇ, ਇਸ ਵਾਰ ਪੁੱਤਰ ਹੈ। ਗੁਰਕਿਰਪਾਲ ਸਿੰਘ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਉਹ ਕਦੇ ਡਾਕਟਰ ਦਾ ਧੰਨਵਾਦ ਕਰ ਰਿਹਾ ਸੀ, ਕਦੀ ਪਤਨੀ ਦਾ ਮੱਥਾ ਚੁੰਮ ਰਿਹਾ ਸੀ ਤੇ ਕਦੇ ਧੀਆਂ ਨੂੰ ਹਵਾ ਵਿੱਚ ਲਹਿਰਾ ਰਿਹਾ ਸੀ। ਉਹ ਬਹੁਤ ਹੀ ਜ਼ਿਆਦਾ ਖੁਸ਼ ਸੀ। ਗੁਰਕਿਰਪਾਲ ਸਿੰਘ ਦੀ ਵੱਡੀ ਧੀ ਆਪਣੇ ਪਿਤਾ ਵੱਲ ਬੜੇ ਗੌਰ ਨਾਲ ਵੇਖ ਰਹੀ ਸੀ। ਦੇਖਦੇ ਹੀ ਦੇਖਦੇ ਉਹ ਰੋਣ ਲੱਗ ਪਈ। ਗੁਰਕਿਰਪਾਲ ਸਿੰਘ ਨੇ ਧੀ ਨੂੰ ਗਲਵੱਕੜੀ ਵਿੱਚ ਲਿਆ ਤੇ ਪਿਆਰ ਕਰਦੇ ਹੋਏ ਕਿਹਾ, ਤੂੰ ਤਾਂ ਮੇਰਾ ਵੱਡਾ ਪੁੱਤਰ ਹੈ, ਤੇਰੀ ਜਗ੍ਹਾ ਹਮੇਸ਼ਾ ਉਹੀ ਰਹੇਗੀ ਜੋ ਪਹਿਲੇ ਦਿਨ ਸੀ। ਤੁਸੀਂ ਦੋਨੇ ਤਾਂ ਮੇਰੀਆਂ ਰਾਣੀਆਂ ਧੀਆਂ ਹੋ। ਉਸਦੀ ਧੀ ਨੇ ਅੱਖਾਂ ਪੂੰਝਦੇ ਹੋਏ ਕਿਹਾ, ਪਾਪਾ ਜੀ, ਸਾਨੂੰ ਪਤਾ ਤੁਸੀਂ ਸਾਨੂੰ ਬਹੁਤ ਪਿਆਰ ਕਰਦੇ ਹੋ। ਤੇ ਫਿਰ ਪਾਪਾ ਨੇ ਕਿਹਾ, ਰੋਣ ਕਿਉਂ ਆਇਆ? ਕੀ ਗੱਲ, ਵੀਰੇ ਦੀ ਕੋਈ ਖੁਸ਼ੀ ਨਹੀਂ ਤੁਹਾਨੂੰ? ਗੁਰਕਿਰਪਾਲ ਨੇ ਧੀਆਂ ਨੂੰ ਪੁੱਛਦੇ ਹੋਏ ਕਿਹਾ, ਨਹੀਂ ਨਹੀਂ ਪਾਪਾ, ਏਦਾਂ ਦੀ ਕੋਈ ਗੱਲ ਨਹੀਂ। ਸਾਨੂੰ ਵੀਰੇ ਦੀ ਬਹੁਤ ਖੁਸ਼ੀ ਹੈ, ਪਰ ਮੇਰੇ ਦਿਲ ਵਿੱਚ ਕੁਝ ਸਵਾਲ ਆਏ ਨੇ, ਜਿਸ ਕਾਰਨ ਮੈਨੂੰ ਰੋਣ ਆ ਗਿਆ। ਮੈਂ ਤੇ ਵੀਰ ਦੇ ਆਉਣ ਲਈ ਰੋਜ਼ ਅਰਦਾਸਾਂ ਕਰਦੀ ਸੀ। ਸਾਨੂੰ ਵੀ ਤਾਂ ਚਾਅ ਏ ਸਾਡੇ ਘਰ ਵੀਰਾ ਹੋਵੇ, ਅਸੀਂ ਉਸਦੇ ਰੱਖੜੀ ਬੰਨਿਆ ਕਰਾਂਗੇ।
ਤੇ ਫਿਰ ਰੋਣ ਕਿਉਂ ਆਇਆ ਪੁੱਤਰ ਜੀ? ਗੁਰਕਿਰਪਾਲ ਨੇ ਹੈਰਾਨੀਜਨਕ ਤਰੀਕੇ ਨਾਲ ਪੁੱਛਿਆ। ਧੀ ਨੇ ਕਿਹਾ, ਪਾਪਾ ਮੈਨੂੰ ਬਸ ਇਸ ਗੱਲ ਦਾ ਡਰ ਲੱਗ ਰਿਹਾ ਏ। ਕਿਸ ਗੱਲ ਦਾ ਡਰ ਪੁੱਤਰ ਜੀ? ਗੁਰਕਿਰਪਾਲ ਨੇ ਫਿਰ ਪੁੱਛਿਆ। ਪਾਪਾ ਜੀ, ਇਸ ਗੱਲ ਦਾ ਡਰ ਕਿ ਕਿਤੇ ਸਾਡਾ ਵੀਰ ਆਪਣੀਆਂ ਭੈਣਾਂ ਦੀਆਂ ਕੀਤੀਆਂ ਹੋਈਆਂ ਅਰਦਾਸਾਂ ਦੀ ਅਹਿਮੀਅਤ ਹੀ ਨਾ ਭੁੱਲ ਜਾਵੇ। ਇਸ ਗੱਲ ਦਾ ਡਰ ਕਿ ਲੋਕਾਂ ਵਾਂਗ ਸਾਡਾ ਵੀਰ ਵੀ ਸਾਡੇ ਮਾਂ-ਬਾਪ ਨੂੰ ਬੁਢੇਪੇ ਵਿੱਚ ਰੋਲ ਨਾ ਦੇਵੇ। ਕਿ ਇਸ ਗੱਲ ਦਾ ਡਰ ਵੱਡਾ ਹੋ ਕੇ ਕਿਤੇ ਮੇਰਾ ਵੀਰ ਨਸ਼ੇੜੀ ਨਾ ਬਣ ਜਾਵੇ। ਤੇ ਇਸ ਗੱਲ ਦਾ ਡਰ ਕਿ ਸਾਡਾ ਵੀਰ ਕਿਤੇ ਬਲਾਤਕਾਰੀ ਵਾਲਾ ਕਲੰਕ ਆਪਣੇ ਮੱਥੇ ਤੇ ਨਾ ਲਵਾ ਲਵੇ। ਧੀ ਦੇ ਸਵਾਲਾਂ ਨੇ ਗੁਰਕਿਰਪਾਲ ਦੀ ਰੂਹ ਕੰਬਣ ਲਗਾ ਦਿੱਤੀ। ਉਹ ਸੋਚਾਂ ਵਿੱਚ ਪਿਆ ਧੀ ਨੂੰ ਬੜੇ ਗੌਰ ਨਾਲ ਵੇਖ ਰਿਹਾ ਸੀ ਤੇ ਸੁਣ ਰਿਹਾ ਸੀ। ਧੀ ਨੇ ਫਿਰ ਸਵਾਲ ਕੀਤਾ, ਪਾਪਾ ਜੀ ਇੱਕ ਗੱਲ ਤੇ ਦੱਸੋ, ਜਿਵੇਂ ਲੋਕ ਧੀਆਂ ਨੂੰ ਕੁੱਖਾਂ ਵਿੱਚ ਮਾਰਦੇ ਨੇ, ਇਵੇਂ ਲੋਕ ਪੁੱਤਾਂ ਨੂੰ ਕੁੱਖਾਂ ਵਿੱਚ ਨਹੀਂ ਮਾਰ ਸਕਦੇ? ਧੀਆਂ ਨੂੰ ਲੋਕ ਬਿਨਾਂ ਪੁੱਛੇ ਪੁੱਤਾਂ ਕਰਕੇ ਕੁੱਖਾਂ ਵਿੱਚ ਮਾਰਦੇ ਨੇ। ਕਿਸੇ ਨੂੰ ਪੁੱਤ ਚਾਹੀਦਾ ਏ, ਇਸ ਕਰਕੇ ਧੀ ਨੂੰ ਮਾਰ ਦਿੰਦਾ ਹੈ। ਕਿਸੇ ਗਰੀਬੀ ਹੁੰਦੀ ਹੈ, ਇਸ ਕਰਕੇ ਧੀ ਨੂੰ ਕੁੱਖ ਵਿੱਚ ਮਰਵਾ ਦਿੰਦਾ ਹੈ। ਤੇ ਕੋਈ ਦਾਜ ਨਹੀਂ ਦੇ ਸਕਦਾ। ਕਿਸੇ ਨੂੰ ਡਰ ਹੁੰਦਾ ਹੈ ਕਿ ਮੇਰੀ ਧੀ ਕਿਸੇ ਬਲਾਤਕਾਰੀ ਦੇ ਹੱਥੇ ਨਾ ਚੜ ਜਾਵੇ। ਪੁੱਤ ਕਿੰਨਾ ਕੁਝ ਕਰਦੇ ਨੇ, ਫਿਰ ਲੋਕ ਇਹਨਾਂ ਪੁੱਤਾਂ ਨੂੰ ਕੁੱਖਾਂ ਵਿੱਚ ਕਿਉਂ ਨਹੀਂ ਮਾਰਦੇ? ਧੀਆਂ ਦੀਆਂ ਗੱਲਾਂ ਸੁਣ ਕੇ ਗੁਰਕਿਰਪਾਲ ਦੇ ਅੱਥਰੂ ਵਹਿ ਉੱਠੇ ਤੇ ਕੋਲ ਖੜੇ ਸਾਰੇ ਲੋਕਾਂ ਦੇ ਲੂੰ ਕੰਡੇ ਖੜੇ ਹੋ ਗਏ। ਲਾਸਟ ਵਿੱਚ ਕਹਾਂਗੀ ਕਿ ਲੋਕ ਧੀਆਂ ਜੰਮਣ ਤੋਂ ਡਰਦੇ ਸੀ, ਕਦੇ ਪੁੱਤ ਜੰਮਣ ਤੋਂ ਡਰਨਗੇ। ਕਦੀ ਧੀਆਂ ਕੁੱਖਾਂ ਵਿੱਚ ਮਰਦੀਆਂ ਸੀ। ਉਹ ਦਿਨ ਦੂਰ ਨਹੀਂ ਸਰਬ, ਜਦ ਪੁੱਤ ਕੁੱਖਾਂ ਵਿੱਚ ਮਰਨਗੇ, ਜਦ ਪੁੱਤ ਕੁੱਖਾਂ ਵਿੱਚ ਮਰਨਗੇ। ਸ਼ੁਕਰੀਆ ਜੀ। ਧੰਨਵਾਦ ਸਰਬਜੀਤ ਕੌਰ ਜੀ, ਬਹੁਤ ਹੀ ਪਿਆਰੀ ਕਹਾਣੀ ਹੈ। ਸੱਚਮੁੱਚ ਹੀ ਸਾਡੇ ਸਮਾਜ ਨੂੰ ਬਹੁਤ ਹੀ ਸੋਹਣਾ ਸੰਦੇਸ਼ ਦਿੱਤਾ ਤੁਸੀਂ। ਜੇਕਰ ਸਾਡਾ ਸਮਾਜ ਸਮਝ ਜਾਵੇ ਕਿ ਜਿਹੜਾ ਸੁੱਖ ਹੁੰਦਾ ਉਹ ਪੁੱਤ ਜਾਂ ਧੀ ਦਾ ਨਹੀਂ, ਸਗੋਂ ਔਲਾਦ ਦਾ ਹੁੰਦਾ, ਤਾਂ ਜਿਹੜੀ ਸਾਡੀ ਧਰਤੀ ਆ ਉਹ ਸਵਰਗ ਬਣ ਸਕਦੀ ਹੈ। ਸੋ ਸਮਾਂ ਬਹੁਤ ਹੋ ਚੁੱਕਿਆ ਹੈ। ਹਾਂਜੀ, ਤੇ ਪ੍ਰੋਗਰਾਮ ਖਤਮ ਕਰਨ ਦਾ ਵੀ ਟਾਈਮ ਹੋ ਚੁੱਕਿਆ ਹੈ। ਕੁਲਜੀਤ ਕੌਰ ਗਜ਼ਲ ਮੈਡਮ ਜੀ,